ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਪੰਜਾਬ ਮੇਲ USA TV। ਮੈਂ ਹਾਂ ਸੰਜੀਵ ਯਸ਼ ਖੰਨਾ। ਤੁਹਾਡਾ ਸਾਰਿਆਂ ਦਾ ਸਵਾਗਤ ਪੰਜਾਬ ਚਰਚਾ ਦੇ ਵਿੱਚ। ਅੱਜ ਅਸੀਂ ਸਿਆਸੀ ਮਾਹੌਲ ਬਾਰੇ ਗੱਲ ਕਰਾਂਗੇ ਜੋ ਇਸ ਵਕਤ ਪੰਜਾਬ ਦਾ ਸਾਰਾ ਤਾਣਾ ਬਾਣਾ ਬਣਿਆ ਹੋਇਆ ਹੈ, ਉਲਝਿਆ ਹੋਇਆ ਹੈ। ਜਿਸ ਵੀ ਸਥਿਤੀ ਦੇ ਵਿੱਚ ਹੈ ਅਸੀਂ ਉਸ ਬਾਰੇ ਗੱਲਬਾਤ ਕਰਨ ਜਾ ਰਹੇ ਹਾਂ, ਕਿਉਂਕਿ ਫਿਰ ਤੋਂ ਉਹ ਖਰੀਦੋ ਫਰੋਖਤ ਵਾਲੀ ਗੱਲ, ਹਾਰਸ ਟ੍ਰੇਡਿੰਗ ਵਾਲੀ ਗੱਲ, ਦਲ ਬਦਲਣ ਵਾਲੀ ਗੱਲ, ਆਇਆ ਗਿਆ ਰਾਮ ਦੋਵੇਂ ਇਕੱਠੇ ਹੋ ਗਏ। ਆਇਆ ਗਿਆ ਰਾਮ ਅਸੀਂ ਹਮੇਸ਼ਾ ਕਹਿੰਦੇ ਹਾਂ, ਜਾਂ ਆਇਆ ਰਾਮ ਗਿਆ ਰਾਮ ਕਹਿੰਦੇ ਹਾਂ, ਜਿਸ ਤਰ੍ਹਾਂ ਮਰਜ਼ੀ ਕਹਿ ਲਓ। ਮੁੱਕਦੀ ਗੱਲ ਇਹ ਹੈ ਕਿ ਸ਼ਿਫਟਿੰਗ ਹੋ ਰਹੀ ਹੈ। ਹਮੇਸ਼ਾ ਹਰ ਲੀਡਰ ਆਪਣੀ ਕੀ ਕਹਿ ਸਕਦੇ ਭਲਾਈ ਵਾਸਤੇ ਜਾਂ ਆਪਣੇ ਫਾਇਦੇ ਵਾਸਤੇ ਕਿਤੇ ਵੀ ਸ਼ਿਫਟ ਹੋ ਜਾਂਦਾ ਹੈ। ਸੋ ਉਹਦੇ ਉੱਤੇ ਵੀ ਤੰਜ਼ ਕੱਸਦੇ ਨੇ ਵਿਰੋਧੀ ਧਿਰ। ਤਮਾਮ ਤਰ੍ਹਾਂ ਦੀਆਂ ਗੱਲਾਂ ਹੋ ਰਹੀਆਂ ਨੇ। ਅਸੀਂ ਗੱਲਬਾਤ ਕਰਾਂਗੇ। ਸਾਡੇ ਨਾਲ ਸਟੂਡੀਓਜ਼ ਦੇ ਵਿੱਚ ਮੌਜੂਦ ਨੇ ਮਨਜੀਤ ਸਿੰਘ ਜੀ, ਪੋਲੀਟੀਕਲ ਐਨਾਲਿਸਟ। ਵੈਲਕਮ ਟੂ ਦ ਸ਼ੋ ਪੰਜਾਬ ਚਰਚਾ। ਮਨਜੀਤ ਜੀ, ਬਹੁਤ ਬਹੁਤ ਧੰਨਵਾਦ ਜੀ। ਸੋ ਜੀ, ਆਇਆ ਗਿਆ ਰਾਮ ਹੋ ਰਿਹਾ ਹੁਣ। ਮਨਪ੍ਰੀਤ ਬਾਦਲ ਵੀ ਚਲੇ ਗਏ ਨੇ ਬੀਜੇਪੀ ਦੇ ਵਿੱਚ, ਛੱਡ ਕੇ ਆਪਣੀ ਸਿਆਸੀ ਜਮਾਤ ਨੂੰ, ਤੇ ਕਹਿੰਦੇ ਨੇ ਕਿ ਇਹ ਸਾਰੇ ਜਣੇ ਆਪਣੇ ਆਪਣੇ ਫਾਇਦੇ ਦੇਖਦੇ ਨੇ। ਸੋ ਆਇਆ ਗਿਆ ਰਾਮ ਚੱਲਦਾ ਪਿਆ, ਹਾਰਸ ਟ੍ਰੇਡਿੰਗ ਚੱਲਦੀ ਪਈ, ਖਰੀਦੋ ਫਰੋਖਤ ਚੱਲਦੀ ਪਈ, ਅੰਦਰ ਖਾਤੇ ਪਤਾ ਨਹੀਂ ਕੀ ਸਮਝੌਤੇ ਹੁੰਦੇ ਨੇ। ਕਿਉਂਕਿ ਆਈਡੀਓਲੋਜੀ ਇੰਨੀ ਜਲਦੀ ਤਾਂ ਸ਼ਿਫਟਿੰਗ ਨਹੀਂ ਨਾ ਹੁੰਦੀ। ਸਾਰੀ ਉਮਰ ਤੁਸੀਂ ਕਿਸੇ ਹੋਰ ਆਈਡੀਓਲੋਜੀ ਨਾਲ ਚੱਲੇ, ਫਿਰ ਕਿਸੇ ਹੋਰ ਆਈਡੀਓਲੋਜੀ ਵੱਲ ਤੁਰ ਗਏ ਹੋ। ਜਾਖੜ ਸਾਹਿਬ ਵੀ ਗਏ, ਸੁਨੀਲ ਜਾਖੜ ਸਾਹਿਬ, ਕੈਪਟਨ ਸਾਹਿਬ ਵੀ ਗਏ, ਤੇ ਹੁਣ ਮਨਪ੍ਰੀਤ ਬਾਦਲ ਵੀ ਚਲੇ ਗਏ। ਸੋ ਕੀ ਕਹਿਣਾ ਚਾਹੋਗੇ ਮਨਜੀਤ ਜੀ? ਨਹੀਂ, ਇਹਨਾਂ ਦੀ ਕੋਈ ਆਈਡੀਓਲੋਜੀ ਨਹੀਂ। ਇਹ ਆਈਡੀਓਲੋਜੀ ਦੇ ਪੱਕੇ ਆ, ਤੇ ਇਹਨਾਂ ਦੀ ਆਈਡੀਓਲੋਜੀ ਹੈ ਸੱਤਾ ਤੇ ਕਿਵੇਂ ਰਹਿਣਾ। ਦੇ ਆਰ ਪਾਵਰ ਡਰੰਕ ਪੀਪਲ। ਇਹਨਾਂ ਨੂੰ ਸ਼ਾਮ ਨੂੰ ਇੱਕ ਬੋਤਲ ਜਿਹੜੀ ਆ ਪਾਵਰ ਦੀ, ਪੋਲੀਟੀਕਲ ਪਾਵਰ ਦੀ ਚਾਹੀਦੀ ਹੈ। ਉਹਦੇ ਨਾਲ ਫਿਰ ਇਹਨਾਂ ਨੂੰ ਮਜ਼ੇ ਆਉਂਦੇ ਆ। ਨਹੀਂ ਤੇ ਜਿਉਂ ਹੀ ਆਊਟ ਆਫ ਪਾਵਰ ਇਹਨਾਂ ਨੂੰ ਲੱਗਦਾ ਹੈ ਜੇ ਤੜਫਦੇ ਆ, ਇਹਨਾਂ ਦੀ ਆਤਮਾ ਜਿਹੜੀ ਆ ਉਹ ਇੰਨੀ ਕੰਬਣ ਲੱਗ ਜਾਂਦੀ ਹੈ ਜਿਵੇਂ ਕਿਤੇ ਜਲ ਬਿਨ ਮਛਲੀ ਤੜਫਦੀ ਹੈ। ਇਹ ਇਹਨਾਂ ਦੀ ਹਾਲਤ ਆ। ਇਸ ਕਰਕੇ ਇਹਨਾਂ ਦੀ ਆਈਡੀਓਲੋਜੀ ਇਹੀ ਸੀਗੀ ਜੋ ਇਹਨਾਂ ਦੀ ਹੈ। ਉਹ ਕੀ ਹੈ ਕਿ ਕਿਸੇ ਵੀ ਤਰੀਕੇ ਨਾਲ ਪੌੜੀ ਲਾ ਕੇ, ਕਿਸੇ ਨੂੰ ਲੱਤ ਮਾਰ ਕੇ, ਠਿੱਬੀ ਮਾਰ ਕੇ, ਝੂਠ ਬੋਲ ਕੇ, ਧੋਖਾਧੜੀ ਕਰਕੇ, ਮਿੱਠੇ ਮਿੱਠੇ ਸ਼ਾਇਰੋ ਸ਼ਾਇਰੀ ਕਰਕੇ, ਜਿਸ ਤਰੀਕੇ ਨਾਲ ਵੀ ਤੁਸੀਂ ਕਰ ਸਕਦੇ ਆ, ਇਹੋ ਜਿਹਾ ਆਪਣਾ ਇੰਪ੍ਰੈਸ਼ਨ ਬਣਾਓ ਕਿ ਤੁਸੀਂ ਬਹੁਤ ਸ਼ਰੀਫ ਕਮਾਊ ਪੋਤਿਆਂ, ਤੁਹਾਡੇ ਦਿਲ 'ਚ ਤੇ ਇੰਨਾ ਦਰਦ ਆ ਪੰਜਾਬੀਆਂ ਲਈ, ਪੰਜਾਬ ਲਈ, ਜਾਂ ਲੋਕਾਂ ਲਈ ਕਿ ਰਾਤ ਨੂੰ ਨੀਂਦ ਹੀ ਨਹੀਂ ਆਉਂਦੀ। ਇਹੋ ਜਿਹੇ ਜਿਹੜਾ ਸਾਰਾ ਕੰਮ। ਪਰ ਚੰਗਾ ਹੋਇਆ ਮੇਰਾ ਚਰਖਾ ਟੁੱਟਾ ਹੈ, ਜਿੰਦ ਅਜਾਬੋਂ ਛੁੱਟੀ। ਇਹ ਤੇ ਚੰਗੀ ਗੱਲ ਹੋਈ ਹੈ ਕਿ ਮਨਪ੍ਰੀਤ ਵਰਗੇ ਚਿਹਰੇ ਜਿਹੜੇ ਕਿਸੇ ਵੇਲੇ ਚੀਫ ਮਿਨਿਸਟਰ ਪੰਜਾਬ ਦਾ ਬਣਨ ਦਾ ਸੁਪਨਾ ਲੈਂਦੇ ਸੀ, ਤੇ ਆਪਣੀ ਪਾਰਟੀ PPP ਲਾਂਚ ਕੀਤੀ ਸੀ ਸਰਦਾਰਾ ਸਿੰਘ ਜੌਹਲ ਹੋਣਾ ਨਾਲ ਮਿਲ ਕੇ। ਉਦੋਂ ਅਸੀਂ ਵੀ ਨਾਲ ਸੀ, ਤੁਹਾਨੂੰ ਬਾਈ ਦਾ ਵੇ ਦੱਸ ਦਈਏ ਥੋੜਾ ਬਹੁਤ। ਹਾਂ, ਤਾਂ ਉਹ ਜਿਹੜੀ ਲਾਂਚ ਕੀਤੀ ਸੀਗੀ, ਉਦੋਂ ਬਾਅਦ ਜਿੱਥੇ ਇਹ ਹੁਣ ਪਹੁੰਚੇ ਹੈਗੇ ਆ, ਇਸ ਨੇ ਇੱਕ ਬੰਬ ਸ਼ੈਲ ਦਾ ਕੰਮ ਕੀਤਾ। ਕਿਉਂਕਿ ਸ਼ਾਇਦ ਆਮ ਵੋਟਰ ਦੀ, ਆਮ ਪੰਜਾਬੀ ਦੀ ਆਤਮਾ ਇੰਨੀ ਨਾ ਝੰਜੋੜੀ ਜਾਂਦੀ ਜੇ ਕੋਈ ਹੋਰ ਚਲੇ ਜਾਂਦਾ। ਈਵਨ ਕੈਪਟਨ ਦੇ ਜਾਣ ਨਾਲ ਵੀ ਲੋਕਾਂ ਨੂੰ ਇੰਨਾ ਨਹੀਂ ਲੱਗਾ। ਕੈਪਟਨ ਪਹਿਲਾਂ, ਕਿਉਂਕਿ ਕੈਪਟਨ ਦਾ ਇੱਕ ਰਾਜੇ ਵਾਲਾ ਇਮੇਜ ਹੈ, ਤੇ ਰਾਜੇ ਹਮੇਸ਼ਾ ਸੱਤਾ ਨਾਲ ਰਹੇ। ਭਾਵੇਂ ਉਹ ਅੰਗਰੇਜ਼ ਸੀਗੇ, ਭਾਵੇਂ ਉਹ ਹੁਣ ਕਾਂਗਰਸ ਆ। ਜਦੋਂ ਕਾਂਗਰਸ ਕਮਜ਼ੋਰ ਹੋਈ, ਤੇ ਜਿਸ ਤਰ੍ਹਾਂ ਕੋਈ ਚਿੱਚੜ ਹੁੰਦਾ ਆ, ਉਹਨੇ ਤੇ ਜਿੱਥੇ ਖੂਨ ਆ ਉੱਥੇ ਜਾਣਾ, ਜੋਕ ਨੇ ਵੀ ਉੱਥੇ ਜਾਣਾ। ਹੁਣ ਤੁਹਾਨੂੰ ਮੇਰੇ ਕੋਲੋਂ ਜਾ ਕੇ ਮੱਛਰ ਨੇ ਕੀ ਲੈਣਾ, ਜਿੱਥੇ ਉਹਨੂੰ ਬੀਨ ਜ਼ਿਆਦਾ ਵਜਾਉਣੀ ਪੈਣੀ ਆ ਕੰਨ ਦੇ ਵਿੱਚ, ਤੇ ਖੂਨ ਘੱਟ ਨਿਕਲਣਾ। ਇਸ ਲਈ ਇਹ ਬੰਦੇ ਜਿੱਥੇ ਜਿੱਥੇ ਇਹਨਾਂ ਨੂੰ ਲੱਗਦਾ ਕਿ ਇੱਥੇ ਗੱਫਾ ਆ, ਸੌਖਾ ਮਿਲ ਸਕਦਾ, ਉੱਥੇ ਨੂੰ ਭੱਜ ਲੈਂਦੇ ਆ। ਉਹਦੇ ਕਰਕੇ ਕੈਪਟਨ ਹੋਣਾ ਦਾ ਕੋਈ ਸ਼ੌਕ ਥੈਰੇਪੀ ਨਹੀਂ ਸੀ ਲੋਕਾਂ ਦੀ, ਜਿਸ ਤਰ੍ਹਾਂ ਨਾ ਝਟਕਾ ਲੱਗਦਾ ਆ। ਨਾ ਹੀ ਹਾਂ, ਥੋੜਾ ਜਿਹਾ ਜੇ ਲੋਕਾਂ ਨੂੰ ਲੱਗਾ ਸੀਗਾ, ਤੇ ਉਹ ਜਿਹੜਾ ਤੁਸੀਂ ਹੁਣੇ ਨਾਂ ਲਿਆ ਸੀਗਾ ਜਾਖੜ ਹੋਣਾ ਦਾ, ਸੁਨੀਲ ਜਾਖੜ ਦਾ, ਕਿਉਂਕਿ ਉਹ ਬਲਰਾਮ ਜਾਖੜ ਦੇ ਬੇਟੇ, ਤੇ ਅੱਗੇ ਤੋਂ ਅੱਗੇ ਉਹ ਕਿਸੇ ਵੇਲੇ ਐਗਰੀਕਲਚਰ ਮਿਨਿਸਟਰ ਰਹੇ। ਸਾਡੀ ਵੀ ਹੁਣ ਉਮਰ ਆ, ਅਸੀਂ ਦੇਖਦੇ ਰਹੇ ਆ, ਤੇ ਕਾਫੀ ਉਹ ਨਾਮੀ ਖਾਮੀ ਕਾਂਗਰਸੀ ਸੀ। ਇਹ ਵੀ ਜਨਮ ਤੋਂ ਕਾਂਗਰਸੀ ਸਮਝ ਲਓ ਤੁਸੀਂ। ਕਾਂਗਰਸੀਆਂ ਦੇ ਘਰ ਪੈਦਾ ਹੋਏ ਉਦੋਂ ਤੋਂ ਹੀ, ਤੇ ਉਹਦੇ ਨਾਲ ਸਵਾਏ ਉਹਦੇ ਤੋਂ ਬਾਕੀ ਬਹੁਤਾ ਕਿਸੇ ਨੂੰ ਉਹਨਾਂ ਝਟਕਾ ਨਹੀਂ ਸੀ ਲੱਗਾ ਵੀ ਆਹ ਕੀ ਹੋ ਗਿਆ। ਉਹਨੂੰ ਲੱਗਦਾ ਯਾਰ ਇਹਨਾਂ ਦੇ ਤੇ ਦੁਕਾਨ ਖੋਲਣੀ ਆ, ਜਿੱਥੋਂ ਮਾਲ ਆਉਂਦਾ ਉੱਥੋਂ ਲਾ ਕੇ ਦੁਕਾਨ ਤੋਰੀ ਜਾਣੀ। ਪਰ ਇਸ ਬੰਦੇ ਬਾਰੇ ਆ ਜਿਹੜਾ ਮਨਪ੍ਰੀਤ ਸਿੰਘ ਬਾਦਲ, ਪਹਿਲਾਂ ਹੁਣ ਇਹ ਦੇਖ ਲਓ ਥੋੜਾ ਜਿਹਾ ਕਿ ਆਪਣੇ ਹੀ ਪਰਿਵਾਰ ਦੇ ਕਰਕੇ, ਪ੍ਰਕਾਸ਼ ਸਿੰਘ ਬਾਦਲ ਕਰਕੇ
ਸਾਰੀ ਸੱਤਾ 'ਚ ਆਏ। ਕੋਈ ਇਹਨਾਂ ਦੇ ਗੰਢੇ ਥੋੜ੍ਹੀ ਗੋਡੇ ਸੀਗੇ, ਕੋਈ ਇਹਨਾਂ ਦੀ ਹੈ ਕੋਈ ਪੋਲੀਟੀਕਲ ਕੈਰੀਅਰ ਕਿਸੇ ਕਿਸਮ ਦਾ ਕਿ ਇਹਨਾਂ ਨੇ ਆਹ ਸ਼ਹੀਦੀ ਜਥੇ ਦੇ ਨਾਲ ਗਏ, ਆਹ ਜੇਲ੍ਹਾਂ ਕੱਟੀਆਂ, ਆਹ ਇਹਨਾਂ ਨੇ ਲੋਕਾਂ ਲਈ ਕੰਮ ਕੀਤਾ, ਆਹ ਇਹਨਾਂ ਨੇ ਧੱਕੇ ਖਾਧੇ, ਜੁੱਤੀਆਂ ਤੜਵਾਈਆਂ, ਕੁਛ ਵੀ ਨਹੀਂ ਸੀ। ਕਿਉਂਕਿ ਭਤੀਜ ਸੀਗੇ, ਇਸ ਕਰਕੇ ਇੱਕ ਜੀ ਪਾਸੇ ਸੁਖਬੀਰ ਬਾਦਲ, ਇੱਕ ਪਾਸੇ ਦੋਵੇਂ ਭਰਾਵਾਂ ਦੀ ਜੋੜੀ। ਚਲੋ ਵੀ ਤੁਸੀਂ ਸਾਡੇ ਆਪਣੇ ਘਰ ਦੇ ਬੰਦੇ ਆ, ਆਪਾਂ ਘਰ ਦਾ ਹੀ ਕੰਮ ਕਰਨਾ, ਪੰਜਾਬ ਦਾ ਥੋੜ੍ਹੀ ਕਰਨਾ, ਤੇ ਚੱਕੋ ਤੁਸੀਂ। ਇਹਨੂੰ ਇਉਂ ਸੁਪਨੇ ਆਉਣ ਲੱਗ ਪਏ ਵੀ ਮੇਰੇ ਵਰਗਾ ਸਿਆਣਾ, ਸ਼ਾਇਰੋ ਸ਼ਾਇਰੀ, ਨਰਮਦਿਲ, ਤੇ ਜਿਹਦੇ ਸੀਨੇ 'ਚ ਸਾਰੀ ਦੁਨੀਆ ਦਾ ਦਰਦ ਛਾਇਆ ਹੋਇਆ, ਕਿ ਉਹ ਜੇ ਚੀਫ ਮਿਨਿਸਟਰ ਨਹੀਂ ਬਣਦਾ ਤੇ ਪੰਜਾਬ ਅੱਜ ਵੀ ਗਿਆ ਤੇ ਕੱਲ ਗਿਆ। ਇਸ ਲਈ ਪ੍ਰਕਾਸ਼ ਸਿੰਘ ਬਾਦਲ ਉਹਨਾਂ ਨੂੰ ਪਰਾਂ ਕਰੋ, ਤੇ ਮੈਨੂੰ ਉੱਥੇ ਜਦੋਂ ਨਹੀਂ ਗੱਲ ਗਲੀ ਤੇ ਪੀਪੀਪੀ ਦੀ ਪੀਪ ਨਹੀਂ ਵਜਾ ਲਈ, ਪਤੰਗ ਉੱਡਣ ਤੋਂ ਪਹਿਲਾਂ ਹੀ ਕੱਟੀ ਗਈ। 2 ਜਗ੍ਹਾ ਤੇ ਖੜੇ ਹੋਏ ਸੀਗੇ, ਦੋਨੋਂ ਜਗ੍ਹਾ ਤੇ ਲੋਕਾਂ ਨੇ ਹਰਾ ਦਿੱਤਾ। ਔਰ ਉਸ ਸਾਰੀ, ਮੈਂ ਬਹੁਤੀ ਨਿੱਜੀ ਗੱਲ ਨਹੀਂ ਕਰਨੀ ਚਾਹੁੰਦਾ, ਉਸ ਸਾਰੀ ਇਹਨਾਂ ਦੀ ਚੜ੍ਹਾਈ 'ਚ ਥੋੜਾ ਬਹੁਤ ਤਿਲ ਫੁੱਲ ਸਾਡਾ ਵੀ ਸੀਗਾ। ਜੀ ਅਸੀਂ ਯੂਨੀਵਰਸਿਟੀ 'ਚ ਇਹਨਾਂ ਨੂੰ, ਮਨਪ੍ਰੀਤ ਬਾਦਲ ਹੋਣਾ ਨੂੰ ਇਸ ਤਰੀਕੇ ਨਾਲ ਉਦੋਂ ਬੁਲਾਇਆ। ਸਟੇਟ ਵੱਲੋਂ ਬੜਾ ਪ੍ਰੈਸ਼ਰ ਸੀਗਾ ਵੀ ਇਹਨੂੰ ਨਾ ਬੁਲਾਓ। ਸਾਡੇ VC ਵੱਲੋਂ ਫੋਨ ਆਈ ਜਾਣ ਕਿ ਮਨਜੀਤ ਇਹ ਤੁਸੀਂ ਕਰ ਕੀ ਰਹੇ। ਮੈਂ ਕਿਹਾ ਜੇ ਗਲਤ ਹੈ ਤੇ ਦੱਸੋ, ਕਿ ਕੀ ਇੱਕ ਅਮਰਜਿੰਗ ਪੋਲੀਟੀਕਲ ਲੀਡਰ ਜੋ ਪੰਜਾਬ ਦੀ ਕਾਇਆ ਕਲਪ ਪਲਟਣਾ ਚਾਹੁੰਦਾ ਆ, ਇੱਕ ਨਵੀਂ ਲੀਡਰਸ਼ਿਪ ਦੇਣੀ ਚਾਹੁੰਦਾ, ਤੇ ਜੇ ਉਹ ਇਹੋ ਜਿਹੀ ਆਵਾਜ਼ ਯੂਨੀਵਰਸਿਟੀਆਂ ਦੇ ਅੰਦਰੋਂ ਨਹੀਂ ਉੱਠਣੀ, ਇੰਟੈਲੈਕਚੁਅਲਸ ਦੇ ਵਿੱਚ ਸ਼ੁਰੂ ਨਹੀਂ ਹੋਣੀ, ਤੇ ਫਿਰ ਕਾਹਦਾ ਇੱਥੇ ਅਸੀਂ ਖਰਚੇ ਕਰਨ ਲਈ ਚਿੱਟੇ ਹੱਥੀ ਬੱਧੇ ਹੋਏ ਆ। ਇਸ ਕਿਸਮ ਬਿਲਕੁਲ ਦਾ ਸਾਡਾ ਐਟੀਟਿਊਡ ਸੀ। ਧੱਕੇ ਨਾਲ ਅਸੀਂ ਉਹ ਇਹਨਾਂ ਦੀ ਬਹੁਤ ਵੱਡਾ ਇਕੱਠ ਹੋਇਆ, ਬਹੁਤ ਲਾਮਿਸਾਲ ਇਕੱਠ ਹੋਇਆ ਜਦੋਂ ਇਹਨਾਂ ਨੇ ਲਾਂਚ ਕੀਤੀ PPP। ਮੈਂ ਉਹਦੀ ਗੱਲ ਕਰ, ਅਸੀਂ ਹੁਮ ਹਮਾ ਕੇ ਸਾਰੇ ਉੱਥੇ ਵੀ ਪਹੁੰਚੇ ਜਿੱਥੋਂ ਇਹਨਾਂ ਨੇ ਖਟਕੜ ਕਲਾਂ 'ਚ ਵੱਡੀ ਰੈਲੀ ਕੀਤੀ, ਤੇ ਸਟੇਜ ਤੇ ਉੱਥੇ ਸ਼ਹੀਦਾਂ ਦੀ ਮਿੱਟੀ ਨੂੰ ਹੱਥ 'ਚ ਫੜ ਕੇ ਇੰਝ ਕਿ ਐਉਂ ਗਿਰਦੀ ਦਿਖ ਰਹੀ ਸੀ ਸਾਨੂੰ ਦੂਰੋਂ, ਵੀ ਇਹ ਮਿੱਟੀ ਦਾ ਕਸਮ ਖਾ ਕੇ ਬੰਦਾ ਕਹਿ ਰਿਹਾ ਕਿ ਮੈਂ ਤੁਹਾਡਾ ਆ, ਮੈਂ ਤੁਹਾਡਾ ਪੋਤਿਆਂ, ਤੇ ਮੈਂ ਸ਼ਹੀਦ ਭਗਤ ਸਿੰਘ ਦੇ ਹੀ ਪੂਰਨਿਆਂ ਤੇ ਚੱਲੂਗਾ। ਉਹੋ ਜਿਹਾ ਕੁਰਬਾਨੀ ਵਾਲਾ ਮੇਰਾ ਹਿਰਦਾ। ਸਾਨੂੰ ਵੀ ਬੜਾ ਚੰਗਾ ਲੱਗਾ, ਜਾਂ ਗੱਲਾਂ ਵੀ ਬੜੀਆਂ ਸੋਹਣੀਆਂ। ਜਿਨ੍ਹਾਂ ਨੂੰ ਪਤਾ ਸੀ ਉਹ ਉਦੋਂ ਵੀ ਸਾਨੂੰ ਕਹਿੰਦੇ, ਉਹ ਕਾਹਨੂੰ ਤੁਸੀਂ ਪ੍ਰੋਫੈਸਰ ਸਾਹਿਬ, ਤੁਸੀਂ ਪੜ੍ਹਾਈ ਵਾਲੇ ਬੰਦੇ, ਤੁਹਾਨੂੰ ਨਹੀਂ ਪਤਾ ਇਹ ਬੜੀਆਂ ਇਹ ਕ੍ਰੋਕੋਡਾਈਲ ਅਥਰੂ ਜਿਹੜੇ ਆ ਨਾ, ਮਗਰਮੱਛੀ ਅਥਰੂ, ਇਹ ਬੜਾ ਕੁਝ ਜਾਣਦੇ ਆ। ਇਹਨਾਂ ਦੀਆਂ ਆ ਗੱਲਾਂ ਦੇ ਪਿੱਛੇ ਨਾ ਜਾਓ, ਇਹ ਸਾਰੀਆਂ ਫੌਕਸੀ ਗੱਲਾਂ ਆ, ਲੂੰਬੜੀ ਵਾਲੀਆਂ ਗੱਲਾਂ। ਤਾਂ ਅਸੀਂ ਕਿਹਾ ਚਲੋ ਠੀਕ ਆ, ਕੋਈ ਨਹੀਂ, ਲੂੰਬੜੀ ਹੋਏ, ਲੂੰਬੜ ਹੋਏ, ਪਰ ਕੰਮ ਤੇ ਕਰਨ ਲਈ ਉਹ ਕਮਿਟਮੈਂਟ ਪਬਲਿਕ ਦੇ ਵਿੱਚ ਏਡੇ ਵੱਡੇ ਇਕੱਠ 'ਚ ਕਹਿ ਰਿਹਾ, ਕੁਛ ਨਹੀਂ ਨਿਕਲਿਆ। ਜਦੋਂ ਨਹੀਂ ਨਿਕਲਿਆ ਤੇ ਟਿਕਿਆ ਰਹਿ। 2 ਸਾਲ ਲੋਕ ਤੇ ਉਮਰਾਂ ਲਾ ਦਿੰਦੇ, ਤੂੰ ਪਾਰਟੀ ਬਣਾਈ ਖੜਾ ਰਹਿ। ਜੇ ਅੱਜ ਤੱਕ ਖੜਾ ਰਹਿੰਦਾ ਤੇ ਆਮ ਆਦਮੀ ਪਾਰਟੀ ਦੀ ਇੱਥੇ ਜਗ੍ਹਾ ਨਹੀਂ ਸੀ ਬਣਨੀ। ਇਸ ਬੰਦੇ ਦੇ ਬੈਠਣ ਕਰਕੇ 14 ਚ ਲੋਕ ਉਧਰ ਨੂੰ ਚਲੇ ਗਏ। ਜਦੋਂ ਉਧਰ ਨੂੰ ਚਲੇ ਗਏ ਤੇ ਫਿਰ ਉਦੋਂ ਬਾਅਦਾਂ ਤੇ ਤੁਸੀਂ ਦੇਖਦੇ ਆ ਅੱਜ ਉਹੋ ਹੀ ਭਗਵੰਤ ਸਿੰਘ ਮਾਨ ਜਿਹੜਾ ਇਹਦੇ ਨਾਲ ਸੀਗਾ ਤੇ ਇਹਦਾ ਜੂਨੀਅਰ ਸੀਗਾ, ਜਾਣੀ ਇਹਦਾ ਲੈਫਟੀਨੈਂਟ ਸੀ, ਇਹ ਖੁਦ ਲੀਡਰ ਸੀ, ਉਹ ਚੀਫ ਮਿਨਿਸਟਰ ਹੈ, ਇਹ ਭੱਜ ਕੇ ਦਿੱਲੀ ਜਾ ਵੜਿਆ। ਭਾਈ ਜੋ ਕੱਲ ਪ੍ਰੈਸ ਕਾਨਫਰੰਸ ਜੁਆਇਨਿੰਗ ਰਿਪੋਰਟ ਸੀਗੀ ਉਹ ਤੁਸੀਂ ਵੀ ਦੇਖ ਲਈ ਹੋਣੀ ਆ। ਇਹਦੇ ਨਾਲੋਂ ਜਹਾਲਤ ਵਾਲੀ, ਇਹਦੇ ਨਾਲੋਂ ਬੌਂਗੇਪਣ ਵਾਲੀ, ਇਹਦੇ ਨਾਲੋਂ ਕੀ ਕਹ ਲਈਏ ਕਿ ਕਿਸੇ ਵੀ ਕਿਸਮ ਦੀ ਬੇਸ਼ਰਮੀ ਵਾਲੀ ਕੋਈ ਹੋਰ ਹੱਦ ਬੰਨਾ ਹੋ ਸਕਦਾ? ਮੈਨੂੰ ਤੇ ਲੱਗਦਾ ਮਨਪ੍ਰੀਤ ਹੁਣਾਂ ਨੇ ਰਾਜਨੀਤਿਕ ਲੋਕ ਕਿੰਨੇ ਵੱਡੇ ਪੱਧਰ ਤੇ ਬੇਸ਼ਰਮ ਹੋ ਸਕਦੇ ਹੈ, ਉਸ ਦਾ ਇੱਕ ਮਿਆਰ ਸੈੱਟ ਕਰਤਾ ਵੀ ਇਦੋਂ ਤਾਂ ਨੇ, ਇਹ ਹਾਈਐਸਟ ਇਹ ਹੈ। ਮੈਂ ਸੱਚੀ ਗੱਲ ਤੁਹਾਨੂੰ ਕਹਿ ਰਿਹਾ। ਤੁਸੀਂ ਕੱਲ ਤੱਕ ਬੈਠ ਕੇ ਮਹਾਤਮਾ ਗਾਂਧੀ ਦਾ ਉਹ ਜਿਹੜਾ ਉਹਨਾਂ ਨੂੰ ਧੱਕੇ ਮਾਰ ਕੇ ਸਾਊਥ ਅਫਰੀਕਾ ਦੇ ਵਿੱਚ ਬਾਹਰ ਸੁੱਟਿਆ ਸੀਗਾ ਅੰਗਰੇਜ਼ਾਂ ਨੇ, ਤੇ ਉਹਨੇ ਕਿਹਾ ਤੁਸੀਂ ਮੈਨੂੰ ਗੱਡੀ 'ਚੋਂ ਬਾਹਰ ਸੁੱਟਦੇ ਆ, ਫਸਟ ਕਲਾਸ ਡੱਬੇ ਤੋਂ, ਮੈਂ ਟਿਕਟ ਲੈ ਕੇ ਬੈਠਾ, ਮੈਂ ਤੁਹਾਨੂੰ ਦੇਸ਼ ਤੋਂ ਬਾਹਰ ਸੁੱਟ ਦੂੰਗਾ। ਕਹਿੰਦੇ ਅਸੀਂ ਉਹਨਾਂ ਦੇ ਪਦ ਕਦਮਾਂ ਤੇ ਚੱਲ ਕੇ BJP ਨੂੰ ਦੇਸ਼ ਤੋਂ ਬਾਹਰ ਸੁੱਟ ਦਾਂਗੇ। ਇਹ ਇਹਨਾਂ ਦੀਆਂ ਵੀਡੀਓ ਘੁੰਮ ਰਹੀਆਂ, ਯਾਰ ਤੁਸੀਂ ਉਹਨਾਂ ਦੀ ਗੋਦੀ 'ਚ ਬਹਿ ਗਏ। ਹੁਣ ਮੈਂ ਕਿਹੜੇ ਸ਼ਬਦ ਵਰਤਾਂ? ਅਸੀਂ ਆਪਣੀ ਲੋਕਾਂ ਦੇ ਵਿੱਚ ਸਾਡਾ ਇੱਕ ਪ੍ਰੋਫੈਸਰਾਂ ਵਾਲਾ ਜਾਂ ਹੋਰ ਇੱਕ ਉਮਰ ਦਾ ਵੀ ਤਕਾਜ਼ਾ ਹੁੰਦਾ, ਇੱਕ ਸ਼ਰੀਫਾਂ ਵਾਲਾ ਸਾਰਾ ਇੱਕ ਹੈਗਾ ਅਕਸ ਹੈਗਾ, ਤੇ ਅਸੀਂ ਸ਼ਰੀਫ ਹੀ ਹਾਂ, ਕੋਈ ਬਦਮਾਸ਼ ਨਹੀਂ ਹੈਗੇ। ਪਰ ਅਸਲੀਅਤ ਹੈ ਦਿਲੋਂ ਇੰਨੇ ਅਸੀਂ ਭਰੇ ਪੀਤੇ ਤੇ ਦੁਖੀ ਹੈ ਕਿ ਯਾਰ ਆਹ ਬੰਦੇ ਜਿਨ੍ਹਾਂ ਦੇ ਨਾਲ ਅਸੀਂ ਹਰ ਕਿਸਮ ਦੀ ਨਾਲ ਚੱਲਣ ਲਈ ਤਿਆਰ ਬੈਠੇ ਸੀਗੇ, ਤੇ ਇਹਨਾਂ ਨੇ ਪਿੱਛੇ ਤੇ ਹਟ ਕੇ ਖੂਹ 'ਚ ਛਾਲ ਮਾਰਤੀ ਆ। ਕਿਤੇ ਤੇ ਟਿਕਦੇ ਤੁਸੀਂ।
ਪ੍ਰਧਾਨ ਮੰਤਰੀ ਦੀਆਂ ਤਾਰੀਫਾਂ ਉੱਥੇ ਸ਼ਹਿਰੋ ਸ਼ਾਇਰੀ ਹੋ ਰਹੀ ਹੈ ਉਹਨਾਂ ਦੇ ਹੱਕ ਦੇ ਵਿੱਚ। ਯਾਰ ਤੁਹਾਡੇ ਨਾਲੋਂ ਤੇ ਫਿਰ ਵੀ ਹਰ ਬੰਦੇ ਦਾ ਇੱਕ ਆਰਡੀਨਰੀ ਤੋਂ ਆਰਡੀਨਰੀ ਬੰਦੇ ਦਾ ਵੀ ਇੱਕ ਕੋਈ ਮਿਆਰ ਹੁੰਦਾ, ਕਿਸੇ ਕਿਸਮ ਦਾ ਕੋਈ ਇੱਜ਼ਤ ਹੁੰਦੀ ਆ, ਕੋਈ ਹਰ ਹੱਦਾਂ ਬੰਨੇ ਟੱਪ ਗਏ। ਇਹਦੇ ਨਾਲ ਚੰਗਾ ਕੰਮ ਇਹ ਹੋਇਆ ਹੈ ਜਿਹੜਾ ਮੈਂ ਆਮ ਲੋਕਾਂ ਦੇ ਪੁਆਇੰਟ ਆਫ ਵਿਊ ਨਾਲ ਜਸ ਖੰਨਾ ਜੀ ਕਹਿ ਰਿਹਾ, ਉਹ ਜੀ ਚੰਗਾ ਕੰਮ ਇਹ ਹੋਇਆ ਹੈ ਕਿ ਲੋਕਾਂ ਨੂੰ ਇਹਨਾਂ ਦੇ ਸਾਰੀ ਇਸ ਜਮਾਤ ਦਾ ਚਿਹਰਾ ਨੰਗਾ ਹੋ ਗਿਆ ਕਿ ਜਿਹੜੇ ਜੇ ਇਸ ਪੱਧਰ ਦਾ ਬੰਦਾ ਇੱਥੇ ਡਿੱਗ ਸਕਦਾ ਤੇ ਜਿਹੜੇ ਵਿੱਚ ਵਿਚਾਲੇ ਉਹ ਤੇ ਬਿਲਕੁਲ ਹੀ ਕਿਤੇ ਸਤਵੇਂ ਪਤਾਲ 'ਚ ਜਾ ਸਕਦੇ ਆ। ਐਗਜ਼ੈਕਟਲੀ ਪਹਿਲਾਂ ਹੀ ਬਹੁਤ ਕਿਸਾਨਾਂ ਨੇ, ਜਸ ਖੰਨਾ ਜੀ ਤੁਸੀਂ ਦੇਖਿਆ ਕਿ ਕਿਸਾਨਾਂ ਨੇ ਜੋ ਇਹਨਾਂ ਦੀ ਕੀਤੀ ਸੀਗੀ, ਹੁਣ ਮੈਂ ਉਹਦੇ ਲਈ ਵੀ ਬਹੁਤੇ ਨਹੀਂ ਸਾਨੂੰ ਸਖਤ ਸ਼ਬਦ ਵਰਤਣੇ ਚਾਹੀਦੇ, ਲੋਕਾਂ ਨੂੰ ਪਤਾ ਆ। ਜਾ ਕੇ ਇੱਥੇ ਚੰਡੀਗੜ੍ਹ ਦੇ ਵਿੱਚ ਉਹ 36 ਸੈਕਟਰ ਦੇ ਵਿੱਚ ਬੁਲਾ ਕੇ ਇਕੱਲੇ ਨੂੰ ਕਿਹਾ ਤੁਸੀਂ ਇਲੈਕਸ਼ਨ ਨਹੀਂ ਸ਼ੁਰੂ ਕਰ ਸਕਦੇ ਕਿਸਾਨਾਂ ਨੇ, ਔਰ ਕੱਲਾ ਲੀਡਰ ਜਿਹੜਾ ਸੂਬੇ ਦਾ ਵੱਡਾ ਆ ਕੇ ਉਹਨਾਂ ਦੇ ਸਾਹਮਣੇ ਹਾਜ਼ਰੀ ਭਰ ਰਿਹਾ ਸੀ। ਉਦੋਂ ਹੀ ਪਤਾ ਲੱਗ ਗਿਆ ਸੀਗਾ ਕਿ ਇਹਨਾਂ ਦੀ ਗਰਾਊਂਡ ਖੁੱਸੀ ਹੋਈ ਹੈ, ਹਵਾ 'ਚ ਲਟਕਦੇ ਆ, ਉੱਪਰ ਪੈਸੇ ਨਾਲ ਧੱਕੇ ਨਾਲ ਪੁਰਾਣੇ ਕੰਟੈਕਟਾਂ ਦੇ ਨਾਲ ਵੋਟਾਂ ਮਟਾਂ ਲੈ ਲੈਂਦੇ ਆ, ਕਿਉਂਕਿ ਲੋਕਾਂ ਨੇ ਵੋਟਾਂ ਕਿਸੇ ਨੂੰ ਪਾਉਣੀਆਂ ਹੀ ਹੁੰਦੀਆਂ, ਅਦਰਵਾਈਜ਼ ਦੇ ਹੈਵ ਲੋਸਟ ਦੇਅਰ ਬੇਸ, ਮਾਸ ਅਪੀਲ। ਲੋਕਾਂ 'ਚ ਕੋਈ ਪਹਿਲਾਂ ਹੀ ਇਹਨਾਂ ਦਾ ਕੋਈ ਬਹੁਤ ਚੰਗੇ ਝੰਡੇ ਨਹੀਂ ਝੂਲ ਰਹੇ। ਜਦੋਂ ਇਹੋ ਜਿਹੇ ਪਟਾਕੇ ਪੈਂਦੇ ਆ, ਬੰਬ ਸ਼ੈਲ ਗਿਰਦੇ ਆ, ਤੇ ਲੋਕਾਂ ਦੀਆਂ ਅੱਖਾਂ ਬਿਲਕੁਲ ਹੀ ਖੁੱਲ ਜਾਂਦੀਆਂ। ਲੋਕਾਂ ਦੀ ਬਹੁਤ ਵੱਡੀ ਰਾਜਨੀਤਿਕ ਐਜੂਕੇਸ਼ਨ ਹੋਈ ਆ, ਉਹਨਾਂ ਦੀ ਚੇਤਨਾ ਇੱਕ ਵੱਡੇ ਜਿਸ ਤਰ੍ਹਾਂ ਕਹਿੰਦੇ ਆ ਨਾ ਕਿ ਲੋਹੜੀ ਤੋਂ ਬਾਅਦ ਦਿਨ ਬੱਕਰੇ ਜਿੰਨੀ ਛਾਲ ਮਾਰਦਾ, ਲੋਕਾਂ ਦੀ ਰਾਜਨੀਤਿਕ ਚੇਤਨਾ ਨੇ ਵੱਡੀ ਹਿਰਨ ਜਿੱਡੀ, ਜਾਣੀ ਮੈਂ ਤੇ ਕਹੂੰਗਾ ਕਿ ਜਿਹੜੀ ਲੈਪਰਡ ਜਿੱਡੀ ਵੱਡੀ ਜਿਹੜੀ ਛਾਲ ਉਹਨਾਂ ਨੇ ਮਾਰੀ ਆ। ਅਸੀਂ ਇਸ ਗੱਲੋਂ ਸ਼ੁਕਰਗੁਜ਼ਾਰ ਹਾਂ ਮਨਪ੍ਰੀਤ ਸਿੰਘ ਬਾਦਲ ਦੇ ਕਿ ਉਹਨਾਂ ਨੇ ਲੋਕਾਂ ਦੇ ਜਿਹੜੇ ਮਨਾਂ ਦੇ ਜਾਲੇ ਸੀ ਸਾਰੇ ਤੋੜ ਕੇ ਪਾੜ ਕੇ ਸੁੱਟ ਦਿੱਤੇ ਆ। ਦੂਜੀ ਗੱਲ ਮੈਂ ਬੀਜੇਪੀ ਬਾਰੇ ਕਰਨੀ ਚਾਹੁੰਦਾ। ਡੈਫੀਨਿਟਲੀ ਬੀਜੇਪੀ ਇਹੋ ਜਿਹੇ ਜਿਹੜੇ ਘੋੜੇ ਹੋਣਗੇ, ਕੋਈ ਲੰਗੜੇ, ਕੋਈ ਲੂਲੇ, ਕੋਈ ਬੁੱਢੇ, ਕੋਈ ਚੱਲਿਆ ਹੀ ਨਹੀਂ ਜਾਂਦਾ, ਕਿਸੇ ਦੇ ਕੰਨ ਇੱਕ ਡਿੱਗਾ ਇੱਕ ਖੜਾ ਆ ਘੋੜਿਆਂ ਦਾ, ਹੈਨਾ, ਇਹੋ ਜਿਹੇ ਜਿਹੜੇ ਬਿਲਕੁਲ ਕਲਡ ਵੀ ਨਹੀਂ ਕਹੋ ਤੁਸੀਂ, ਉਹਨਾਂ ਨੂੰ ਬਿਲਕੁਲ ਹੀ ਰੱਦੀ ਹੋ ਚੁੱਕੇ ਆ। ਉਹ ਆਪਣੀ ਫੌਜ ਨੂੰ ਦੇ ਕੇ ਇੱਥੇ ਕਬਜ਼ਾ ਕਰਨਾ ਚਾਹੁੰਦੇ, ਉਹਨਾਂ ਨੂੰ ਹੀ ਵਰਤ ਕੇ ਇਹੋ ਜਿਹੇ ਘੋੜਿਆਂ ਨੂੰ ਹੱਥ ਹੋ ਗਈ ਹੈ। ਯਾਰ ਤੁਹਾਡਾ ਕਿਹੜਾ ਕਮਾਂਡਰ ਉੱਥੇ ਬੈਠਾ? ਲੋਕ ਅਸਲ 'ਚ ਕੀ ਹੋ ਰਿਹਾ ਕਿ ਹੁਣ ਸੇਬਾਂ ਦੀ, ਚੰਗੇ ਭਲੇ ਸੇਬਾਂ 'ਚ 2 ਸੇਬ ਮਾੜੇ ਰੱਖ ਦੋ, ਸਾਰਾ ਪੇਟੀ ਦਾ ਪੱਠਾ ਬਿਠਾ ਦਿੰਦੇ। ਮੈਨੂੰ ਤਾਂ ਲੱਗਦਾ ਪਹਿਲਾਂ ਹੀ ਬੜੇ ਇਹੋ ਜਿਹੇ ਸੇਬ ਗਏ ਹੋਏ ਆ। ਕੋਈ ਅੰਕੜੇ ਦੱਸ ਰਿਹਾ ਸੀ ਵੀ ਜਿਹੜੇ ਹੁਣ 303 MP ਅੰਦਰ ਬੈਠੇ ਆ ਬੀਜੇਪੀ ਦੇ, 100 ਤੇ ਉਹਨਾਂ 'ਚੋਂ ਕਨਵਰਟ ਹੋ ਕੇ ਇਸ ਤਰ੍ਹਾਂ ਹੀ ਭੱਜ ਨੱਸ ਕੇ ਕਾਂਗਰਸ ਵੱਲੋਂ ਗਿਆ ਹੋਇਆ, ਤੇ ਉਹਨਾਂ ਨੇ ਭਗਵਾਂ ਪਾ ਲਿਆ ਚੋਲਾ। ਜੇ ਕੱਲ ਨੂੰ ਬੀਜੇਪੀ ਦਾ ਆਪਣਾ ਕਾਡਰ ਘੱਟ ਤੇ ਕਾਂਗਰਸ ਦਾ ਤੇ ਹੋਰਾਂ ਇਧਰੋਂ ਉਧਰੋਂ ਇਕੱਠਾ ਕੀਤਾ ਜ਼ਿਆਦਾ, ਕੋਈ TMC ਦਾ ਕੋਈ ਉਧਰੋਂ ਲੋਕਲ ਰੀਜਨਲ ਪਾਰਟੀਆਂ ਦਾ ਜ਼ਿਆਦਾ ਹੋ ਜਾਣਾ, ਫਿਰ ਉਹ ਪਾਰਟੀ ਕਿਹੋ ਜਿਹੀ ਹੋਊਗੀ, ਉਹਦਾ ਢਾਂਚਾ ਕਿਹੋ ਜਿਹਾ ਹੋਊਗਾ? ਤੁਸੀਂ ਆਈਡੀਓਲੋਜੀ ਦੀ ਗੱਲ ਕਰਦੇ ਕਿਉਂਕਿ ਉਹਨਾਂ ਨੂੰ ਇਹ ਲੱਗਦਾ ਕਿ ਸੱਤਾ ਹੀ ਹਰ ਇੱਕ ਚੀਜ਼ ਦੀ ਤਾਲੇ ਦੀ ਚਾਬੀ ਹੈ। ਹਰ ਤਾਲੇ ਦੀ ਚਾਬੀ ਸੱਤਾ ਹੈ, ਤੇ ਸੱਤਾ ਨੂੰ ਕਿਸੇ ਵੀ ਤਰੀਕੇ ਨਾਲ ਹਥਿਆਉਣਾ ਹੈ। ਜਦੋਂ ਇਹ ਮਾਨਸਿਕਤਾ ਹੋ ਜੇ ਤੇ ਫਿਰ ਉਹ ਕਿਸੇ ਚੀਜ਼ ਨੂੰ ਨਹੀਂ ਦੇਖਦੇ, ਬੇਸ਼ਰਮੀ ਦਾ ਹਰ ਹੱਦਾਂ ਬੰਨੇ ਪਾਰ ਹੋ ਜਾਂਦਾ। ਬੀਜੇਪੀ ਵੀ ਇਹ ਗੱਲ ਕਰਕੇ ਮੈਨੂੰ ਨਹੀਂ ਸਮਝ ਆਉਂਦੀ ਕਿ ਕੀ ਉਹ ਖੱਟ ਰਹੇ ਆ, ਕੀ ਪਾ ਰਹੇ ਆ, ਕੀ ਇੱਥੇ ਦੇਸ਼ ਦੇ ਅੰਦਰ ਤਬਦੀਲੀ ਕਰਨਾ ਚਾਹੁੰਦੇ, ਕੀ ਵਿਕਾਸ ਕਰਨਾ ਚਾਹੁੰਦੇ। ਜੇ ਇਹੋ ਜਿਹੇ ਹੀ ਸਾਰੇ ਬੰਦੇ ਇਕੱਠੇ ਕਰ ਲਏ ਤੇ ਜਸ ਖੰਨਾ ਜੀ, ਜਿਹੜਾ ਪੰਜਾਬ ਦੇ ਅੰਦਰ, ਮੈਂ ਤੁਹਾਨੂੰ ਅੱਜ ਕਹਿ ਦਿੰਦਾ ਠੋਕ ਕੇ, ਬੀਜੇਪੀ ਨੂੰ ਬਹੁਤ ਨੁਕਸਾਨ ਹੋਊਗਾ ਇਹਨਾਂ ਬੰਦਿਆਂ ਨੂੰ ਲੈਣ ਦਾ, ਕਿਉਂਕਿ ਲੋਕਾਂ ਨੇ ਇਹ ਬੰਦੇ ਨਕਾਰ ਦੇਣੇ ਆ। ਲੋਕਾਂ ਨੇ, ਕਿਸਾਨਾਂ ਨੇ ਕਿਵੇਂ ਨਕਾਰੇ ਸੀਗੇ, ਹੁਣ ਪੰਜਾਬ ਦੇ ਸਮੁੱਚੇ ਪੰਜਾਬ ਦੇ ਲੋਕ ਜਿਨ੍ਹਾਂ ਨੇ ਸਾਡੀ ਜਿੱਥੇ ਆਵਾਜ਼ ਜਾਣੀ ਹੈ, ਉਹਨਾਂ ਸਾਰਿਆਂ ਨੇ ਕਹਿਣਾ ਵੀ ਗੱਲ ਤੇ ਠੀਕ ਆ। ਮੈਨੂੰ ਸਵੇਰ ਦੇ 1-2 ਵੀਡੀਓ ਪਾਈਆਂ, ਮੈਂ ਇੰਨੇ ਸੈਂਕੜੇ ਹਜ਼ਾਰਾਂ ਦੀ ਗਿਣਤੀ 'ਚ ਮੈਸੇਜ ਲੋਕ ਕਮੈਂਟ ਪਾ ਰਹੇ ਆ। ਇਹ ਉੱਥੋਂ ਅੰਦਾਜ਼ਾ ਲੱਗਦਾ ਆ ਤੁਹਾਨੂੰ ਕਿ ਲੋਕ ਕਿੰਨੇ ਭਰੇ ਪੀਤੇ ਆ। ਇਹੋ ਜਿਹੇ ਜਿਹੜੇ ਲੋਕ ਜਿਨ੍ਹਾਂ ਨੇ ਸਾਰੀ ਉਮਰ ਸੱਤਾ 'ਚ ਰਹਿ ਕੇ ਤੁਰੇ ਫਿਰਦੇ ਰਹੇ, ਖੋਖਲੇ ਖਾਲੀ ਭਾਂਡੇ ਸੀਗੇ, ਸਾਡੇ ਸਿਰ ਤੇ ਨੱਚਦੇ ਰਹੇ, ਤੇ ਹੁਣ ਜਦੋਂ ਵੇਲਾ ਆਇਆ ਪੰਜਾਬੀਆਂ ਦੇ ਨਾਲ, ਲੋਕਾਂ ਦੇ ਨਾਲ ਖੜੇ ਹੋਣ ਦਾ, ਤੇ ਭੱਜ ਗਏ ਉੱਥੇ ਦਿੱਲੀ ਜਾ ਵੜੇ ਆ। ਦੂਜੀ ਗੱਲ ਇੱਕ ਮੈਂ ਹੋਰ ਲਾਸਟ ਕਵਾਂ, ਤੁਹਾਡਾ ਫਿਰ ਸਵਾਲ ਲੈਣਾ, ਮੈਂ ਸੌਰੀ ਜ਼ਿਆਦਾ ਲੰਮਾ ਖੰਨਾ ਜੀ ਬੋਲਦਾ, ਥੋੜਾ ਭਾਵੁਕ ਹੋ ਜਾਂਦਾ ਗੱਲ ਇਹੋ ਜੀ। ਉਹ ਮੈਂ ਇਹ ਕਹਿ ਰਿਹਾ ਕਿ ਮੈਨੂੰ ਬੀਜੇਪੀ ਦੇ ਕਾਡਰ ਨਾਲ ਸਿੰਪਥੀ ਹੋ ਰਹੀ ਅੱਜ,
ਸੱਚੀ ਦਿਲੋਂ ਹੂੰ ਕਿ ਪਾਰਟੀ ਕੋਈ ਵੀ ਹੋਵੇ, ਮਾੜੀ ਹੋਵੇ, ਚੰਗੀ ਹੋਵੇ, ਉਹ ਤੁਹਾਡੇ ਆਪੋ ਆਪਣੇ ਵਿਚਾਰ ਆ। ਪਰ ਉਹਨਾਂ ਨੇ ਕਿਹੜਾ ਪਾਪ ਕੀਤਾ ਸੀ ਕਿ ਤੁਸੀਂ ਸਿਰ ਦੇ ਉੱਤੇ ਇਹੋ ਜਿਹੇ ਘਸੇ ਪਿੱਟੇ ਜੇ ਕੱਢ ਕੇ ਤੇ ਉਹਨਾਂ ਦੇ ਸਿਰ ਤੇ ਬਿਠਾਈ ਜਾਂਦੇ ਆ। ਅੱਜ ਯਾ ਜਿੱਥੋਂ ਕੈਪਟਨ ਗਿਆ ਤੇ ਕੈਪਟਨ ਦਾ ਉੱਥੇ ਪੁਰਾਣਾ ਪ੍ਰਭਾਵ ਕਾਫੀ ਹੈ। ਕੈਪਟਨ ਨੇ ਜਾ ਕੇ ਇਹ ਵੀ ਨੈਗੋਸ਼ੀਏਟ ਕਰ ਲਿਆ ਵੀ ਮੇਰੀ ਉਹ ਸੀਟ ਉਹ ਹੋਊਗੀ ਜ਼ਰੂਰ ਪਾਰਲੀਮੈਂਟ ਤੇ, ਮੇਰਾ ਖਿਆਲ ਕੈਪਟਨ ਨੂੰ ਖੜਾ ਕਰਨਗੇ ਜੋ ਲੱਗਦਾ ਮੈਨੂੰ, ਜਾਂ ਕਿਸੇ ਮੁੰਡੇ ਨੂੰ ਜਾਂ ਰਿਸ਼ਤੇਦਾਰ ਨੂੰ। ਨਾਲ ਹੀ ਜਿਹੜੀ ਉਹਨਾਂ ਦੀ ਪਾਰਟੀ ਦੀ ਕਮੇਟੀ ਆ ਉਹਦੇ ਚ ਵੀ ਇਹਦੇ ਬੰਦੇ ਲਿਆ ਕੇ ਸਿਰ ਤੇ ਬਿਠਾਤੇ। ਉਹ ਬੰਦਿਆਂ ਦਾ ਸਿਰ ਤੇ ਮਨ ਚ ਕੀ ਗੁਜ਼ਰਦੀ ਹੋਊਗੀ ਜਿਹੜੇ ਪਾਰਟੀ ਦੇ ਨਾਲ ਬੀਜੇਪੀ ਦੇ ਪਿਛਲੇ 20-30 ਸਾਲ ਤੋਂ ਜੁੱਤੀਆਂ ਘਸਾ ਰਹੇ ਆ। ਵੀ ਆ ਕਿੱਥੋਂ ਆ ਗਏ ਅਚਾਨਕ ਬਈ। ਹੁਣ ਇਹ ਜਿਹੜਾ ਸੰਕਟ ਆ ਸਾਡੀ ਰਾਜਨੀਤੀ ਦਾ, ਇਹ ਇੱਕ ਵੱਡਾ ਸੰਕਟ ਆ। ਮੈਨੂੰ ਤੇ ਲੱਗਦਾ ਸਮੁੱਚੀਆਂ ਰਾਜਨੀਤਿਕ ਪਾਰਟੀਆਂ ਦੀ ਲੀਡਰਸ਼ਿਪ ਇੱਕ ਪਾਸੇ, ਕੁਝ 19-1 ਦੇ ਫਰਕ ਦੇ ਨਾਲ ਕੁਝ ਪਾਰਟੀਆਂ, ਮੈਂ ਨਹੀਂ ਸਾਰੀਆਂ ਕਹਿੰਦਾ ਕਿ ਸਾਰੀਆਂ ਇੱਕੋ ਲੈਵਲ ਤੇ ਆ, ਕੁਝ ਕਈਆਂ ਨੂੰ ਜਿਸ ਤਰ੍ਹਾਂ ਪੀਣ ਵਾਲਿਆਂ ਚ ਵੀ ਕੋਈ ਅੱਧੀ ਬੋਤਲ ਪੀ ਲੈਂਦੇ ਆ, ਕੋਈ ਇੱਕ ਪੈਗ ਨਾਲ ਹੀ ਟੱਲੀ ਹੋਏ ਜਾਂਦੇ ਆ। ਇਹਨਾਂ ਦਾ ਵੀ ਅਲੱਗ ਲੈਵਲ ਆ ਕਿ ਕੋਈ ਕਿ ਪਾਰਟੀਆਂ ਦਾ ਵੀ ਉਹਨਾਂ ਨੂੰ ਸੱਤਾ ਕਿੰਨੀ ਚਾਹੀਦੀ ਆ, ਕਿੰਨੇ ਨਾਲ ਉਹ ਡਰੰਕ ਹੁੰਦੇ ਆ। ਤੇ ਪਰ ਲਾਰਜਲੀ ਇਹ ਸਾਰੇ ਸੱਤਾ ਦੇ ਖਿਲਾੜੀ ਹੈਗੇ ਆ। ਇੱਕ ਪਾਸੇ ਇਹ ਲੀਡਰਸ਼ਿਪ ਜਿਹੜੇ ਤੁਹਾਨੂੰ ਦਿਖਦੇ ਆ ਲੀਡਰ ਸਾਰੇ ਪਾਰਟੀਆਂ ਦੇ, ਤੇ ਦੂਜੇ ਪਾਸੇ ਜਨਤਾ ਜਨਾਰਦਨ ਜਿਹੜੀ ਇਹਨਾਂ ਦੀ ਜੁੱਤੀਆਂ ਖਾ ਰਹੀ ਆ, ਜਿਨ੍ਹਾਂ ਦਾ ਜਿਹੜੇ ਪੀੜਤ ਆ ਇਹਨਾਂ ਤੋਂ। ਤੇ ਉਸ ਲਈ ਮੈਨੂੰ ਦੇਖਿਓ ਇਹ ਆਉਣ ਵਾਲੇ ਸਮੇਂ 'ਚ ਜਦੋਂ ਚਿਹਰੇ ਹੋਰ ਨੰਗੇ ਹੋਣ ਲੱਗ ਪਏ, ਲੋਕਾਂ ਨੇ ਇਹਨਾਂ ਨੂੰ ਸਮੁੱਚੀਆਂ ਹੀ ਲੀਡਰਾਂ ਨੂੰ ਡਿਸਕਾਰਡ ਕਰਕੇ ਥੱਲਿਓਂ ਨਵੀਂ ਕਿਸਮ ਦੀ ਪਨੀਰੀ ਕੋਈ ਉੱਗੂਗੀ, ਜਦੇ ਬੋਰਡ ਕੱਲਾ ਛਾਂਗਿਆ ਜਾਊਗਾ ਜਾਂ ਢਹਿ ਢੇਰੀ ਹੋ ਜਾਊਗਾ, ਤਾਂ ਹੀ ਇਸ ਦੇਸ਼ ਨੂੰ ਕੋਈ ਅਸਲੀ ਡੈਮੋਕ੍ਰੇਸੀ ਦੀ ਨਵੀਂ ਇੱਕ ਰਾਹਤ ਵਾਲੀ ਜਾਂ ਇਸ ਸੰਵਿਧਾਨ ਦੇ ਮੁਤਾਬਕ ਦੇਸ਼ ਨੂੰ ਚਲਾਉਣ ਵਾਲੀ ਇੱਕ ਮੌਕਾ ਮਿਲੂਗਾ। ਅਸੀਂ ਉਸ ਦਿਨ ਦੀ ਉਡੀਕ ਕਰ ਰਹੇ। ਜੀ ਮਨਜੀਤ ਜੀ, ਆਇਆ ਗਿਆ ਰਾਮ ਦੀ ਗੱਲ ਤੇ ਆਪਾਂ ਕਰ ਲਈ। ਹੁਣ ਤੁਸੀਂ ਇਹਦੇ 'ਚ 2-3 ਚੀਜ਼ਾਂ ਇੰਟਰੋਡਿਊਸ ਕੀਤੀਆਂ ਨੇ। ਇੱਕ ਤਾਂ ਤੁਸੀਂ ਕਿਹਾ ਹੈ ਕਿ ਸੰਵਿਧਾਨ, ਦੂਜਾ ਕਿਹਾ ਹੈ ਤੁਸੀਂ ਡੈਮੋਕ੍ਰੇਸੀ, ਤੇ ਜਿਹੜੀ ਸਭ ਤੋਂ ਵੱਡੀ ਗੱਲ ਤੁਸੀਂ ਬੀਜੇਪੀ ਦੀ ਕੀਤੀ ਹੈ, ਕਿਉਂਕਿ ਸੱਤਾ ਸੈਂਟਰ ਦੇ ਵਿੱਚ ਵੀ ਬੀਜੇਪੀ ਦੀ ਹੈ ਤੇ 2024 ਵਾਸਤੇ ਵੀ ਤਿਆਰੀਆਂ ਚੱਲ ਰਹੀਆਂ ਨੇ ਕਿ ਫਿਰ ਤੋਂ ਅਸੀਂ ਤੀਸਰੀ ਵਾਰ ਵੀ ਸੱਤਾ ਦੇ ਉੱਤੇ ਕਾਬਜ਼ ਹੋਈਏ। ਤਾਂ ਇਹ ਸਾਰੀ ਤਿਆਰੀ ਚੱਲਦੀ ਪਈ ਹੈ, ਸਾਰੀ ਸਟ੍ਰੈਟਜੀ ਹੈ। ਹੁਣ ਮੈਂ ਇਹ ਸਮਝਣਾ ਚਾਹੁੰਦਾ ਤੁਹਾਡੇ ਕੋਲੋਂ ਕਿ ਬੀਜੇਪੀ ਦੀ ਕੀ ਸਟ੍ਰੈਟਜੀ ਹੈ, ਸੰਵਿਧਾਨ ਦੇ ਮੁਤਾਬਿਕ, ਲੋਕਤੰਤਰ ਦੇ ਮੁਤਾਬਿਕ, ਜਾਂ ਉਹਨਾਂ ਦਾ ਕੋਈ ਆਪਣਾ ਏਜੰਡਾ ਹੈ, ਪਾਰਟੀ ਏਜੰਡਾ। ਬੀਜੇਪੀ ਆਪਣੀ ਪਾਰਟੀ ਨੂੰ ਮਜ਼ਬੂਤ ਕਰ ਰਹੀ ਹੈ ਜਾਂ ਦੇਸ਼ ਨੂੰ ਮਜ਼ਬੂਤ ਕਰ ਰਹੀ ਹੈ, ਇਹ ਚਾਹੁੰਦੀ ਕੀ ਹੈ? ਮੈਂ ਸਮਝਣਾ ਚਾਹੁੰਦਾ ਕਿ ਇਹਨਾਂ ਦੀ ਸਟ੍ਰੈਟਜੀ ਕੀ ਹੈ ਪੂਰੇ ਦੇਸ਼ ਦੇ ਵਿੱਚ। ਸਿਰਫ ਬੀਜੇਪੀ ਵਿਖਾਈ ਦੇਵੇ, ਹੋਰ ਕੋਈ ਵਿਰੋਧੀ ਧਿਰ ਵਿਖਾਈ ਨਾ ਦੇਵੇ, ਤੇ ਫਿਰ ਡੈਮੋਕ੍ਰੇਸੀ ਕਿੱਥੇ ਰਹਿ ਗਈ? ਕਿਉਂਕਿ ਓਪੋਜੀਸ਼ਨ ਦਾ ਸਟਰੋਂਗ ਹੋਣਾ ਜ਼ਰੂਰੀ ਹੈ ਜਦੋਂ ਅਸੀਂ ਗੱਲ ਕਰਦੇ ਹਾਂ ਡੈਮੋਕ੍ਰੇਸੀ ਦੀ। ਇਹੀ ਸੰਵਿਧਾਨ ਹੈ, ਇਹੀ ਲੋਕਤੰਤਰ ਹੈ। ਸੋ ਅਸੀਂ ਸੰਵਿਧਾਨ ਦੀ ਅੱਖ ਨਾਲ, ਲੋਕਤੰਤਰ ਦੀ ਅੱਖ ਨਾਲ ਜੇ ਬੀਜੇਪੀ ਦੀ ਕਾਰਗੁਜ਼ਾਰੀ ਦੇਖਣਾ ਚਾਹੀਏ, ਇਹ ਭਾਰਤ ਦੇ ਹਿੱਤ ਵਿੱਚ ਹੈ ਜਾਂ ਭਾਰਤ ਦੇ ਹਿੱਤ ਵਿੱਚ ਨਹੀਂ ਹੈ? ਗੱਲ ਤੇ ਹੈ ਕਿ 70% 60% ਅਲੱਗ-ਅਲੱਗ ਟਾਈਮ ਤੇ ਵੋਟਾਂ ਪੈਂਦੀਆਂ ਔਨ ਐਨ ਐਵਰੇਜ, ਹੈ ਨਾ। 60% ਪੈਂਦੀਆਂ ਹੋਣਗੀਆਂ, 65% ਪੈਂਦੀਆਂ ਪਾਰਲੀਮੈਂਟ ਦੀ ਮੈਂ ਗੱਲ ਕਰ ਰਿਹਾ। ਇਹਦਾ ਮਤਲਬ ਵੱਡਾ ਹਿੱਸਾ ਤੇ ਪਹਿਲਾਂ ਹੀ ਇਹਨਾਂ ਦੇ ਨਾਲ ਨਹੀਂ ਹੁੰਦਾ ਕਿਸੇ ਦੇ ਵੀ। ਜਿਹੜੇ ਬਾਕੀ ਦੇ ਆ ਉਹਨਾਂ ਚੋਂ ਵੀ ਜੇ ਤੁਸੀਂ ਜਿੰਨੀਆਂ ਟੋਟਲ ਵੋਟਾਂ ਪੈਂਦੀਆਂ, ਜਿਹੜਾ 37% ਲੈ ਜੇ ਪਈ ਉਹ ਰਾਜ ਕਰਨ ਲੱਗ ਜਾਂਦਾ। ਬਾਕੀ ਤੇ ਵਿਰੋਧ 'ਚ ਹੀ ਆ ਸਾਰੇ ਇਹਨਾਂ ਦੇ। ਜਿੱਥੋਂ ਤੱਕ ਡੈਮੋਕ੍ਰੇਸੀ ਦੀ ਤੁਸੀਂ ਗੱਲ ਕਰਦੇ ਆ, ਇਹ ਸਾਡਾ ਸਿਸਟਮ ਹੀ ਪ੍ਰਪੋਰਸ਼ਨੇਟ ਰਿਪਰੈਜ਼ੈਂਟੇਸ਼ਨ ਹੋਣੀ ਚਾਹੀਦੀ ਹੈ। ਜਿੰਨੀਆਂ ਪਾਰਟੀ ਵੋਟਾਂ ਲੈ ਗਈ, ਉਨਾ ਹੀ ਉਹਦੇ ਬੰਦੇ ਪਾਰਲੀਮੈਂਟ ਦੇ ਅੰਦਰ ਹੋਣੇ ਚਾਹੀਦੇ ਆ ਰਾਜ ਕਰਨ ਵਾਲੇ 'ਚ। ਇਹ ਸਿਸਟਮ ਗਲਤ ਆ। ਫਸਟ ਪਾਸ ਦਾ ਪੋਸਟ ਜਿਹੜੀ ਵਾਲੀ ਗੱਲ ਆ ਨਾ, ਜਿਹੜਾ ਜ਼ਿਆਦਾ ਲੈ ਗਿਆ ਉਹੀ ਸਿਕੰਦਰ, ਜੋ ਜੀਤਾ ਵਹੀ ਸਿਕੰਦਰ, ਇਸ ਤਰ੍ਹਾਂ ਦਾ ਨਹੀਂ ਹੋਣਾ ਚਾਹੀਦਾ। ਦੂਜੀ ਗੱਲ ਤੁਸੀਂ ਕਿ ਬੀਜੇਪੀ ਕੀ ਚਾਹੁੰਦੀ, ਦੇਖੋ ਬੀਜੇਪੀ ਇੱਕੋ ਗੱਲ ਚਾਹੁੰਦੀ ਹੈ। ਬੀਜੇਪੀ ਕਿਸੇ ਵੇਲੇ ਸਾਡੇ ਪੰਜਾਬ ਅੰਦਰ ਦੇਸੀ ਭਾਸ਼ਾ ਦੇ ਵਿੱਚ ਟ੍ਰੇਡਰਸ ਦੀ ਪਾਰਟੀ, ਜਾਣੀ ਇੰਝ ਕਹਿ ਲਓ ਤੁਸੀਂ ਕਿ ਜਿਹੜੇ ਸ਼ਹਿਰੀ ਲੋਕ ਉਹਨਾਂ ਦੀ ਪਾਰਟੀ ਮੰਨਦੇ ਸੀ। ਕਿਸਾਨਾਂ ਦੀ, ਮਜ਼ਦੂਰਾਂ ਦੀ ਪਾਰਟੀ ਜਾਂ ਨੌਜਵਾਨਾਂ ਦੀ ਪਾਰਟੀ ਜਾਂ ਹੋਰ ਕਰਮਚਾਰੀਆਂ ਦੀ ਪਾਰਟੀ ਇਹਨੂੰ ਨਹੀਂ ਸੀ ਮੰਨਦੇ। ਪਰ ਅੱਜ ਦੀ ਤਰੀਕ 'ਚ ਤੁਸੀਂ ਦੇਖੋ, ਜਦੋਂ ਦੇਸ਼ 'ਚ ਏਡਾ ਵੱਡਾ ਰਾਜ ਹੋ ਗਿਆ ਔਰ ਜੋ ਉਹਨਾਂ ਨੇ ਅਯੁੱਧਿਆ ਦੇ ਮੰਦਿਰ ਦੇ ਉੱਤੇ ਅਡਵਾਨੀ ਤੋਂ ਲੈ ਕੇ ਅੱਗੇ ਤੱਕ ਪੋਲਰਾਈਜੇਸ਼ਨ ਕੀਤੀ, ਤੇ ਉਹ ਚੀਜ਼ਾਂ ਦਾ ਰੂਪ ਅਲੱਗ ਹੋ ਗਿਆ। ਹੁਣ ਕਿਉਂਕਿ ਸੱਤਾ 'ਚ ਆ ਗਏ ਆ, ਉਹਨਾਂ ਦਾ ਤੇ ਏਜੰਡਾ ਇਹ ਹੈ ਕਿ ਹਰ ਹਾਲਤ ਸੱਤਾ 'ਚ ਕਿਵੇਂ ਰਹਿਣਾ। ਤੇ ਸੱਤਾ 'ਚ ਜਿਹੜੇ ਰੱਖਣ ਵਾਲੇ ਆ ਉਹ ਪਿੱਛੇ
ਗਿਣੇ ਚੁਣੇ ਕਾਰਪੋਰੇਟ ਆ, ਅਡਾਨੀ, ਅਬਾਨੀ, ਹੋਰ ਦੋ ਚਾਰ ਇਹੋ ਜਿਹੇ ਹੋ ਸਕਦੇ, ਉਹ ਸਾਰੀ ਦੇਸ਼ ਦੀ ਚੋਣ ਦਾ ਠੇਕਾ ਆਪਣੇ ਜਿੰਮੇ ਲੈ ਜਾਂਦੇ ਆ। ਇਲੈਕਸ਼ਨ ਬੌਂਡ ਦਾ ਇੱਕ ਤਰੀਕਾ ਨਿਕਲ ਆਇਆ। ਹੁਣ ਤੁਸੀਂ ਇਹ ਕਹੋ ਅਗਲੀ ਗੱਲ, ਉਹ ਬੰਦੇ ਕੀ ਚਾਹੁੰਦੇ ਆ ਵੀ ਸਾਡਾ ਹੱਕ ਇੱਥੇ ਰੱਖ। ਹੱਕ ਦਾ ਮਤਲਬ ਵੀ ਸਾਨੂੰ ਮੋਟਾ ਗੱਫਾ ਬੈਂਕਾਂ ਤੋਂ ਦਿਓ, ਜਿਹੜਾ ਮਗਰੋਂ ਅਸੀਂ NPA ਕਰਾਰ ਦੇਣਾ। ਅਸੀਂ ਤੁਹਾਨੂੰ ਸੱਤਾ 'ਚ ਰੱਖਦੇ ਆ, ਤੁਹਾਡੇ ਗੁਣ ਗਾਏ ਜਾਣਗੇ। ਪ੍ਰਧਾਨ ਮੰਤਰੀ ਆਇਆ, ਹੋਮ ਮਿਨਿਸਟਰ ਆਇਆ, ਐਗਰੀਕਲਚਰ ਮਿਨਿਸਟਰ ਆਇਆ, ਇਹ ਸਾਰੇ ਤੁਹਾਡੇ ਗੁਣ ਗਾਇਨ ਹੋ ਹੀ ਜਾਣਗੇ। ਤੁਸੀਂ ਆਪਣੇ ਮਸਤੀ 'ਚ ਕਰੋ, ਸੁੱਖ ਸੁਵਿਧਾ ਤੁਹਾਨੂੰ ਸਾਰੇ ਪਾਸੇ ਮਿਲਦੀ, ਅੱਗੇ ਪਿੱਛੇ ਗੱਡੀਆਂ ਵੱਡੀਆਂ, ਜਹਾਜ਼ ਹੂਟੇ ਜਿੰਨੇ ਮਰਜ਼ੀ ਲੋਕ ਆਪਣੇ ਖਰੀਦਣੇ, ਆਪਣੇ ਵੀ ਖਰੀਦ ਲਓ, ਪੈਸਾ ਇੰਨਾ ਕੁ ਹੁੰਦਾ ਉਹਨਾਂ ਕੋਲ। ਪਰ ਸਾਨੂੰ ਜਿਹੜਾ 2-4 ਲੱਖ ਕਰੋੜ ਹਰ ਸਾਲ ਸਾਡੀ ਜੇਬ 'ਚ ਪਾਓ ਹੀ ਪਾਓ ਮੁਫਤ ਦਾ, ਉਹ ਕਿੱਥੋਂ ਜਾਂਦਾ? ਗਰੀਬਾਂ ਦਾ ਖੂਨ ਨਿਚੋੜ ਕੇ ਜਾਂਦਾ। ਤਾਂ ਜੀ ਇਹ ਤੇ ਦੇਸ਼ ਇੰਨਾ ਗਰੀਬ ਹੋ ਰਿਹਾ। ਜਿਹੜਾ ਹੁੰਦੇ ਆ ਡੈਟੇ, ਉਦੋਂ ਰਾਹੁਲ ਗਾਂਧੀ ਆਪਣੀ ਪ੍ਰੈਸ ਕਾਨਫਰੰਸ 'ਚ ਪੜ੍ਹ ਰਹੇ ਸੀਗੇ ਕਿ 1% ਲੋਕਾਂ ਕੋਲ 40% ਐਸੈਟ ਤੇ ਕਬਜ਼ਾ। ਉਹ ਕੀ ਹੈ? 21 ਲੋਕਾਂ ਦਾ ਕਹਿ ਰਹੇ ਸੀ ਉਹ ਵੱਡੇ ਪੱਧਰ ਤੇ ਉਹ ਦੇਸ਼ ਦੀ ਜਿੰਨੀ ਧਨ ਦੌਲਤ ਪੈਦਾ ਹੋ ਰਹੀ ਹੈ, ਜੇ ਉਹਨਾਂ ਦੇ ਉੱਤੇ ਉਹਨਾਂ ਦਾ ਕਬਜ਼ਾ ਹੋ ਗਿਆ ਹੈ। ਇਹ ਬੰਦੇ ਅੱਗੇ ਲਾ ਕੇ ਪੋਲੀਟੀਕਲ ਲੋਕਾਂ ਨੂੰ, ਜਿਸ ਤਰ੍ਹਾਂ ਇੰਝ ਸਮਝ ਲਓ ਕਿ ਉਹਨਾਂ ਦੇ ਇਹ ਪਿਆਦੇ ਆ, ਫੀਲੇ ਆ, ਇਹ ਸਟੇਟ ਦਾ ਢਾਂਚਾ ਬਣ ਗਿਆ। ਹੁਣ ਇਹ ਦੋਵੇਂ ਮਿਲ ਕੇ ਕੀ ਕਰਦੇ ਆ, ਕਾਰਪੋਰੇਟ ਤੇ ਪੋਲੀਟੀਸ਼ੀਅਨ, ਕਿ ਵੱਡੇ ਪੱਧਰ ਤੇ ਲੋਨ ਲੈਂਦੇ ਆ ਤੇ ਉਹਨਾਂ ਨੂੰ ਭਰੋਸਾ ਦਿੰਦੇ ਆ ਕਿ ਅਸੀਂ ਡੈਮੋਕ੍ਰੇਸੀ ਦੇ ਬਿਲਕੁਲ ਮਜ਼ਬੂਤ ਪਿਲਰ ਆ ਤੇ ਸਾਡੇ ਹੀ ਹੱਥ ਵਿੱਚ ਇਸ ਦੇਸ਼ ਦੀ ਰਾਜਨੀਤੀ ਦਾ ਤੇ ਅਰਥ ਵਿਵਸਥਾ ਦਾ ਭਵਿੱਖ ਸੇਫ ਹੈਗਾ। ਇਹ ਜੀ ਤਿੰਨ ਧਿਰਾਂ ਮਿਲ ਕੇ ਦੇਸ਼ ਦੇ ਵਿੱਚ ਰਾਜਨੀਤੀ ਨੂੰ ਅੱਗੇ ਤੋਰਦੀਆਂ। ਵਰਲਡ ਬੈਂਕ, IMF, ਹੋਰ ਏਜੰਸੀਆਂ ਜਿੱਥੋਂ ਲੋਨ ਲੈਣਾ, ਬੜਾ ਵੱਡੇ ਪੱਧਰ ਤੇ ਲੋਨ ਕੇਂਦਰੀ ਸਰਕਾਰ ਲੈਂਦੀ ਹੈ, ਔਰ ਜੀ ਲੈ ਕੇ ਜਿਹੜਾ ਗਾਂ ਲੋਕਾਂ ਨੂੰ ਗੱਫੇ ਦੇਣੇ ਆ, ਉਹ ਘਰੇ ਬੈਠੇ ਆ। ਤੇ ਇਹਨਾਂ ਦਾ ਵਿੱਚ ਇਲੈਕਸ਼ਨ। ਹੁਣ ਇਹੋ ਜਿਹਾ ਜੇ ਇਲੈਕਸ਼ਨ ਹੋਊ, ਇੱਕ ਵਾਰੀ ਹੋ ਗਿਆ ਜਿੱਤ ਲਿਆ, ਦੂਜੀ ਵਾਰੀ ਹੋ ਗਿਆ ਜਿੱਤ ਲਿਆ, ਹੁਣ ਇਹ ਜੇ ਬਾਰ-ਬਾਰ ਜਿੱਤਣਗੇ, ਤੁਹਾਡਾ ਕੀ ਖਿਆਲ ਹੈ ਕਿ ਲੋਕ ਇਹਨਾਂ ਨੂੰ ਕਬੂਲ ਕਰੀ ਜਾਣਗੇ? ਇਹ ਚੱਲਣਾ ਨਹੀਂ, ਇਹ ਸਿਸਟਮ ਜੈਮ ਹੋ ਜਾਣਾ ਇੱਕ ਦਿਨ। ਇਹ ਸਿਸਟਮ ਫਿਰ ਕਿਵੇਂ ਚਲਾਉਂਦੇ ਆ? ਕਿਉਂਕਿ ਲੋਕਾਂ ਨੂੰ ਕਿਸੇ ਕਿਸਮ ਦੀ ਡਿਲੀਵਰੀ ਤੇ ਹੈ ਹੀ ਨਹੀਂ। ਨਾ ਰੁਜ਼ਗਾਰ ਆ, ਨਾ ਕੋਈ ਸਿਹਤ ਸੇਵਾਵਾਂ ਦਾ ਹਾਲ ਆ, ਨਾ ਕੋਈ ਸਿੱਖਿਆ ਦਾ ਹਾਲ ਆ, ਨਾ ਕੋਈ ਪ੍ਰਦੂਸ਼ਣ ਤੋਂ ਰਾਹਤ ਆ। ਜੋ ਵੀ ਬੇਸਿਕ ਗੱਲਾਂ, ਪੀਣ ਵਾਲਾ ਪਾਣੀ ਨਹੀਂ ਲੋਕਾਂ ਕੋਲ ਸਾਫ਼ ਹੈਗਾ। 80 ਕਰੋੜ ਲੋਕਾਂ ਨੂੰ ਜੇ ਰੋਟੀ ਭੇਜ ਦੇਣ ਤੇ ਖਾਂਦੇ, ਨਹੀਂ ਤੇ ਭੁੱਖੇ ਮਰ ਜਾਣਗੇ। 100 ਚਾਈਨਾ ਨਾਲੋਂ ਸਾਡੀ ਪਾਪੂਲੇਸ਼ਨ ਅੱਗੇ ਚਲੇ ਗਈ ਆ। ਇਹ ਲੇਟੈਸਟ ਕੱਲ ਜਿਹੜੇ ਫਿਗਰ ਆਏ ਆ ਕਿ ਬਿਲਕੁਲ ਅਸੀਂ 142 ਕਰੋੜ ਦੇ ਸ਼ਾਇਦ ਕਰੀਬ ਹੋ ਗਏ ਹੋਈਏ। ਇਹ ਐਸਟੀਮੇਟ ਆ ਰਹੇ ਆ। ਚਾਈਨਾ ਦਾ 141 ਸ਼ਾਇਦ ਕਿੰਨਾ ਆ, ਅਸੀਂ ਉਹਨਾਂ ਨਾਲੋਂ ਅੱਗੇ ਨਾ। ਹੁਣ ਐਡੀ ਵੱਡੀ ਗਿਣਤੀ ਦੇ ਸਾਡੇ ਮੂੰਹ ਆ, ਜਿਨ੍ਹਾਂ ਨੂੰ ਤੁਸੀਂ ਸਟੇਟ ਤੇ ਡਿਪੈਂਡੈਂਟ ਕਰਤਾ, ਭੀਖ ਮੰਗਿਆਂ ਵਾਂਗੂ ਕਰ ਦਿੱਤਾ। ਉਹ ਇੱਜ਼ਤ ਦੀ ਇਸ ਦੇਸ਼, ਆਜ਼ਾਦ ਦੇਸ਼ 'ਚ ਰੋਟੀ ਕਮਾ ਕੇ ਨਹੀਂ ਖਾ ਸਕਦੇ ਆਪਣੀ, ਕਿਉਂਕਿ ਰੁਜ਼ਗਾਰ ਨਹੀਂ ਹੈਗਾ। ਇਸ ਕਰਕੇ ਉਹ ਕਰਨ ਕੀ ਵੀ, ਮਰਨ ਦਾ ਕਿਹਦਾ ਜੀ ਕਰਦਾ? ਜਿਹੜਾ ਜਨਮਿਆ ਉਹ ਤੇ ਜੀਣ ਲਈ ਆਇਆ। ਮਾਂ-ਬਾਪ ਵੀ ਚਾਹੁੰਦੇ ਆ। ਇਹ ਬੜੀ ਇੱਕ ਸੰਕਟ ਵਾਲੀ ਹਾਲਾਤ ਆ। ਹਾਲ ਦੀ ਘੜੀ ਤੁਹਾਨੂੰ ਸੱਚੀ ਗੱਲ ਇਹ ਦੱਸੀਏ ਕਿ ਇਹ IMF, ਵਰਲਡ ਬੈਂਕ, ਜਿਨ੍ਹਾਂ ਤੋਂ ਉਹਨਾਂ ਨੇ ਵੱਡੇ ਪੱਧਰ ਤੇ ਲੋਨ ਲਿਆ, ਉਹੀ ਇਹਨਾਂ ਦੀ ਬਾਂਹ ਮਰੋੜਦੇ ਆ ਕਿ ਤੁਸੀਂ ਆਹ ਪਾਲਿਸੀ ਲਿਆਓ, ਇੰਝ ਕਰੋ, ਇੰਝ ਕਰੋ। ਸੀਤਾਰਮਨ ਤੇ ਐਵੇਂ ਗੱਲਾਂ ਮਾਰਦੇ ਇੱਥੇ ਬੈਠੇ ਕਿ ਫਾਈਨੈਂਸ ਮਿਨਿਸਟਰ, ਕਿ ਸ਼ਾਇਦ ਇਹ ਪਾਲਿਸੀ ਬਣਾਉਂਦੀ ਆ, ਜਾਂ ਮੋਦੀ ਜੀ ਨੂੰ ਤਾਂ ਪਤਾ ਹੀ ਨਹੀਂ ਹੈਗਾ ਕਿ ਇਕਨੋਮਿਕਸ ਕੀ ਹੁੰਦੀ। ਉਹ ਐਵੇਂ ਉੱਥੇ ਪਾਰਲੀਮੈਂਟ 'ਚ ਥੱਪ ਹੱਥ ਮਾਰਦੇ ਆ। ਉਹਦੇ 'ਚ ਉਹਨਾਂ ਨੂੰ ਕੁਝ ਨਹੀਂ ਹੁੰਦਾ। ਉਹ ਐਵੇਂ ਦੱਸਦੇ ਆ ਕਿ ਮੈਨੂੰ ਬਹੁਤ ਇਸ ਗੱਲ ਦਾ, ਉਹ ਉਹਨਾਂ ਦੀ ਕਲਾਕਾਰੀ, ਉਹ ਉਹਨਾਂ ਦਾ ਸਿਆਣਪ ਹੈਗੀ ਆ, ਚੁਸਤੀ ਹੈਗੀ, ਰਾਜਨੀਤਿਕ ਚੁਸਤੀ ਹੈਗੀ। ਅਦਰਵਾਈਜ਼ ਜਿਸ ਜਗ੍ਹਾ ਤੇ ਦੇਸ਼ ਨੂੰ ਖੜਾ ਕਰ ਦਿੱਤਾ, ਉਹ ਹੁਣ ਜਾਣੀ ਸਮਝ ਲਓ ਕਿ ਬਿਲਕੁਲ ਇੱਕ ਟੇਲ ਤੇ ਪਹੁੰਚਿਆ। ਉਦੋਂ ਅੱਗੇ ਮੌਤ ਹੈਗੀ। ਹੁਣ ਇਹ ਲੋਕ ਸੋਚਣਗੇ ਕਿੰਨੀ ਦੇਰ ਤੁਸੀਂ ਨਫ਼ਰਤ ਦਾ ਜਾਂ ਪੋਲਰਾਈਜ਼ ਕਰਕੇ, ਮੈਜੋਰਿਟੀ ਮਿਨੋਰਿਟੀ ਦਾ ਕਰਕੇ ਕਿੰਨੀ ਦੇਰ ਵੋਟਾਂ ਲਈ ਜਾਣਗੇ? ਯਾਰ ਧਰਮ ਠੀਕ ਆ, ਸਾਰਾ ਕੁਝ ਹੈਗਾ, ਪਰ ਧਰਮ ਸਾਨੂੰ ਘਰ ਆ ਕੇ ਰੋਟੀ ਥੋੜੀ ਪੰਡਤਾਂ ਨੇ ਦੇ ਜਾਣੀ ਆ, ਜਾਂ ਕਿਸੇ ਸਿੱਖ ਪ੍ਰੀਸਟ ਨੇ ਦੇ ਦੇਣੀ ਆ, ਜਾਂ ਕਿਸੇ ਮੌਲਾਨਾ ਨੇ ਦੇ ਜਾਣੀ। ਭੁੱਖ ਤੇ ਸਭ ਨੂੰ ਲੱਗਦੀ, ਉਹਦਾ ਤੁਹਾਡੇ ਕੋਲ ਕੋਈ ਹੱਲ ਹੈ ਨਹੀਂ। ਉਹ ਤੁਸੀਂ ਭੁੱਖ ਮਰੀ ਵਧਾਈ ਜਾਂਦੇ ਦੇਸ਼ ਦੇ ਵਿੱਚ। ਕੋਈ ਇੰਡੈਕਸ ਦੇਖ ਲਓ, ਜਿਹੜੇ ਇੰਟਰਨੈਸ਼ਨਲ 10 ਦੇ 10 ਦੇਖ ਲਓ, ਸਾਰਿਆਂ ਤੇ ਅਸੀਂ ਥੱਲੇ ਜਾ ਰਹੇ। ਤੇ ਤੁਹਾਡੀ ਜਿਹੜੀ ਚਿੰਤਾ, ਉਹ ਸਾਡੀ ਚਿੰਤਾ ਵੀ ਹੈਗੀ ਆ। ਪਰ ਇਸ ਸਾਰੇ ਕੁਝ ਦੇ ਬਾਵਜੂਦ ਪੋਲੀਟੀਕਲ ਲੋਕਾਂ ਨੇ ਹਰ ਚੀਜ਼ ਤੇ ਕਬਜ਼ਾ ਇੰਨਾ ਕਰ ਲਿਆ, ਦੇਸ਼ ਦੇ ਸੰਸਥਾਨਾਂ ਤੇ, ਇੰਸਟੀਟਿਊਸ਼ਨ ਤੇ, ਚੋਣਾਂ ਦਾ ਸਿਸਟਮ ਦੇ ਉੱਤੇ,
ਐਡਮਿਨਿਸਟ੍ਰੇਸ਼ਨ ਦੇ ਉੱਤੇ, ਲੌਜਿਸਟਿਕ ਤੇ, ਮੀਡੀਆ ਤੇ, ਸੋਸ਼ਲ ਮੀਡੀਆ ਤੇ ਜਦ ਲੋਕਾਂ ਕੋ ਗੱਲ ਹੀ ਨਹੀਂ ਕੋਈ ਜਾਣੀ ਤੇ ਪੀਪਲ ਆਰ ਅੰਡਰ ਸੀਨ ਸਮਝਦੇ ਆ ਉਹਨਾਂ ਤੇ ਬਿਲਕੁਲ ਟੋਟਲ ਇੱਕ ਜਿਸ ਤਰ੍ਹਾਂ ਕੁੱਕਰ ਤੇ ਢੱਕਣ ਦਿੱਤਾ ਹੁੰਦਾ, ਉਹਦੇ ਚ ਹਵਾ ਨਿਕਲਦੀ ਨਹੀਂ, ਅੰਦਰ ਹੀ ਹੋਈ ਜਾਂਦੀ ਹੈ, ਥੱਲਿਓ ਅੱਗ ਲੱਗੀ ਜਾਂਦੀ ਹੈ। ਤੇ ਇਹ ਇਸ ਤਰੀਕੇ ਨਾਲ ਲੋਕਾਂ ਨੂੰ ਟੋਟਲ ਉਹਨਾਂ ਦੇ ਉੱਤੇ, ਉਹਨਾਂ ਦੇ ਦਿਮਾਗਾਂ ਦੇ ਉੱਤੇ, ਉਹਨਾਂ ਦੀ ਸੋਚ ਦੇ ਉੱਤੇ ਕਬਜ਼ਾ ਕਰ ਲਿਆ ਹੈ। ਹੁਣ ਇਹ ਬੜੀ ਔਖੀ ਹਾਲਤ ਤੇ ਹੈ, ਪਰ ਤੁਹਾਡੇ ਵਰਗੇ ਜਿਹੜੇ ਛੋਟੇ ਛੋਟੇ ਚੈਨਲਾਂ ਵਾਲੇ ਸੱਜਣ ਹੈਗੇ ਆ, ਉਹ ਲਗਾਤਾਰ ਅਸਲੀਅਤ ਪਹੁੰਚਾ ਰਹੇ ਆ ਔਰ ਉਹ ਲੋਕਾਂ ਕੋਲ ਪਹੁੰਚ ਵੀ ਰਹੀ ਹੈ। ਖੰਨਾ ਜੀ ਜੀ ਮਨਜੀਤ ਜੀ, ਮੈਂ ਹੁਣ ਇੱਕ ਚੀਜ਼ ਪੁੱਛਣਾ ਚਾਹੁੰਦਾ ਕਿ ਇਹ ਰਸਤਾ ਕੀ ਨਿਕਲੇ ਫਿਰ? ਇਹ ਸਾਰਾ ਦਾ ਸਾਰਾ ਜਨਤਾ ਨੂੰ ਦੇਖਣਾ ਪੈਣਾ, ਜਨਤਾ ਨੂੰ ਸਿਆਣੀ ਹੋਣਾ ਪੈਣਾ ਕਿ ਹੋਰ ਵਧੇਰੇ ਬੇਵਕੂਫ ਨਾ ਬਣੇ ਇਹਨਾਂ ਲੋਕਾਂ ਦੇ ਕੋਲੋਂ, ਇਹਨਾਂ ਦੀਆਂ ਲੋਕਾਂ ਦੀਆਂ ਗੱਲਾਂ 'ਚ ਆ ਕੇ ਹੋਰ ਜ਼ਿਆਦਾ ਵਧੇਰੇ ਬੇਵਕੂਫ ਨਾ ਬਣੇ, ਜਨਤਾ ਸਿਆਣੀ ਬਣੇ, ਜਨਤਾ ਨੂੰ ਵੇਖਣਾ ਪੈਣਾ ਇਹਦੇ ਵਿੱਚੋਂ ਨਿਕਲਣ ਦਾ ਰਸਤਾ। ਕਿਉਂਕਿ ਤੁਸੀਂ ਕਿਹਾ ਕਿ ਬਿਲਕੁਲ ਪੂੰਛ ਦੇ ਉੱਤੇ ਆ ਕੇ ਖੜੇ ਹੋ ਗਏ ਆ, ਇਸ ਤੋਂ ਅੱਗੇ ਡਿੱਗ ਸਕਦੇ ਆ, ਲਿਵਿੰਗ ਔਨ ਦਾ ਐਜ ਜਿਹਨੂੰ ਆਪਾਂ ਕਹਿ ਸਕਦੇ ਆ, ਆਪਾਂ ਉਸ ਪੋਜੀਸ਼ਨ ਤੇ ਪਹੁੰਚੇ ਆ। ਤੇ ਹੁਣ ਇਹ ਗੇਮ ਕੌਣ ਸੰਭਾਲੇਗਾ ਜੋ ਇਹ ਗੇਮ ਸਾਰੀ ਚੱਲਦੀ ਪਈ ਹੈ, ਤੇ ਇਹਦੇ ਵਿੱਚੋਂ ਬਾਹਰ ਕੌਣ ਕੱਢੇਗਾ ਸਾਨੂੰ, ਤਾਂ ਕਿ ਅਸੀਂ ਵਾਕਈ ਜੋ ਸੰਸਾਰ ਚਾਹੇ ਆ ਤਾਂ ਇੱਕ ਸਹੀ ਜੀਵਨ ਜੀ ਸਕੀਏ। ਜਸ ਖੰਨਾ ਜੀ, ਚੀਜ਼ਾਂ ਨਾ ਇਹ ਫ੍ਰੈਕਚਰਡ ਹੁੰਦੀਆਂ, ਇਹੀ ਇੱਕ ਬਿਊਟੀ ਹੈ। ਤੁਸੀਂ ਦੇਖੋ, ਜਿੱਥੇ ਸ਼ੇਰ ਆ ਉੱਥੇ ਹੀ ਹਿਰਨ ਵੀ ਹੈਗਾ, ਹਿਰਨ ਆ ਤੇ ਘਾਹ ਵੀ ਹੈਗਾ, ਘਾਹ ਆ ਤੇ ਪਾਣੀ ਵੀ ਹੈਗਾ। ਮਤਲਬ ਇਹ ਚੀਜ਼ਾਂ ਇੱਕ ਦੂਜੇ ਨਾਲ ਜੁੜੀਆਂ ਹੁੰਦੀਆਂ ਤੇ ਉਹ ਇੱਕ ਦੂਜੇ ਦੇ ਵਿਰੋਧ ਚ ਵੀ ਹੁੰਦੀਆਂ। ਸ਼ੇਰ ਹਿਰਨ ਨੂੰ ਖਾਈ ਜਾਂਦਾ, ਹਿਰਨ ਘਾਹ ਨੂੰ ਖਾਈ ਜਾਂਦਾ, ਘਾਹ ਹੈ ਨਾ, ਘਾਹ ਪਾਣੀ ਪੀ ਜਾਂਦਾ। ਇਸ ਕਿਸਮ ਦਾ ਇੱਕ ਦੂਜੇ ਦੇ ਵਿਰੋਧ ਚ ਵੀ ਆ ਤੇ ਨਾਲ ਜੁੜੀਆਂ ਵੀ ਆ, ਡਿਪੈਂਡੈਂਟ। ਇਹ ਦੁਨੀਆ ਆ, ਹੈ ਨਾ। ਇਸੇ ਤਰੀਕੇ ਨਾਲ ਪੋਲਿਟਿਕਸ ਵੀ ਇੰਜ ਇੱਕ ਦੂਜੇ ਦੇ ਵਿਰੋਧ ਵਿੱਚ ਵੀ ਹੈ ਤੇ ਇੱਕ ਦੂਜੇ ਨਾਲ ਜੁੜੀ ਹੋਈ ਵੀ ਹੈ। ਹੁੰਦਾ ਇੰਜ ਹੈ ਕਿ ਹੁਣ ਕੀ ਤੁਹਾਡਾ ਖਿਆਲ ਬੀਜੇਪੀ ਆਪਣੇ ਆਪ ਚ ਇੱਕ ਸਮੂਦ ਮਾਨੋਲਿਥਿਕ ਹੈਗੀ ਆ? ਨਹੀਂ ਹੈਗੀ। ਬੀਜੇਪੀ ਆਪਣੇ ਆਪ ਦੇ ਅੰਦਰ ਉਹ ਕਾਫੀ ਇਕਜੁੱਟ ਨਹੀਂ, ਅੰਦਰ ਉਹਨਾਂ ਦੇ ਕਈ ਧੜੇ, ਕਈ ਗਰੁੱਪ, ਕਈ ਕੁਝ ਚੱਲਦਾ। ਆ ਜਿਹੜਾ ਮੈਂ ਤੁਹਾਨੂੰ ਜਿਸ ਤਰ੍ਹਾਂ ਪਹਿਲੀ ਸੈਗਮੈਂਟ 'ਚ ਦੱਸਿਆ ਹੁਣੇ ਹੀ ਕਿ ਜੇ ਅੰਦਰੋਂ ਬਾਹਰੋਂ ਬੰਦੇ ਏਡੇ ਵੱਡੇ ਪੱਧਰ ਤੇ ਲੈ ਕੇ ਆਈ ਜਾਣਗੇ ਤੇ ਜਿਹੜਾ ਥੱਲੇ ਉਹਨਾਂ ਦਾ ਕੱਢ ਰਿਹਾ, ਇੱਕ ਤੇ ਉਹੀ ਰਿਵੋਲਟ ਕਰੂਗਾ। ਪੰਜਾਬ 'ਚ ਹਰਾਉਣ ਲਈ ਉਹ ਸਭ ਤੋਂ ਅੱਗੇ ਹੋਊਗਾ, ਜਿਹੜੇ ਨਵੇਂ ਬੰਦੇ ਖੜੇ ਹੋਣਗੇ ਵਿਰੋਧੀ ਪਾਰਟੀਆਂ ਦੇ ਬਾਅਦ ਵਿੱਚ। ਹੈ ਪਹਿਲੀ ਗੱਲ ਕਿ ਅੰਦਰ ਹੀ ਇੰਨਾ ਕੁਝ ਲਾਵਾ ਬਣ ਜਾਂਦਾ ਕਿ ਉਹ ਅੰਦਰੋਂ ਹੀ ਪਾੜ ਦਿੰਦਾ ਇਹਨਾਂ ਚੀਜ਼ਾਂ ਨੂੰ। ਦੂਜਾ, ਡਿਗਰੀਜ਼ ਹੈਗੀਆਂ, ਕੋਈ ਪਾਰਟੀਆਂ ਅਜੇ ਮਾੜੀਆਂ ਮੋਟੀਆਂ ਲੋਕਾਂ ਦੇ ਨਾਲ ਹੈਗੀਆਂ, ਲੋਕਾਂ ਦੀ ਗੱਲ ਕਰਦੀਆਂ ਆ ਔਰ ਸੱਤਾ ਦੇ ਵਿਕੇਂਦਰੀਕਰਨ ਦੀਆਂ, ਸੰਘੀ ਢਾਂਚੇ ਨੂੰ ਮਜ਼ਬੂਤ ਕਰਨ ਦੀ। ਹੁਣ ਜਿਸ ਤਰ੍ਹਾਂ ਤੁਸੀਂ ਡੀਐਮਕੇ ਦੇਖ ਲਓ, ਸਟਾਲਨ ਵਾਲੀ ਜਿਹਦੇ ਚੀਫ ਮਿਨਿਸਟਰ ਹੈਗੇ ਆ, ਇਸੇ ਤਰੀਕੇ ਨਾਲ ਹੁਣੇ ਚੀਫ ਮਿਨਿਸਟਰ ਸੱਦੇ ਹੋਏ ਸੀਗੇ ਟੀਡੀਪੀ, ਕੀ ਉਹਨਾਂ ਨੇ ਨਾਮ ਮੇਰਾ ਖਿਆਲ ਬਦਲ ਲਿਆ ਹੈ, ਤੇਲੰਗਾਨਾ ਵਾਲਿਆ ਚੀਫ ਮਿਨਿਸਟਰ ਸਾਹਿਬ ਨੇ, ਤੇ ਉਹਨਾਂ ਨੇ ਸਾਰੇ ਚੀਫ ਮਿਨਿਸਟਰ ਬੁਲਾਏ ਹੋਏ ਸੀਗੇ। ਜਿਹੜੇ ਵਿੱਚੇ ਭਗਵੰਤ ਮਾਨ ਗਏ ਸੀਗਾ, ਆਪਣਾ ਕੇਜਰੀਵਾਲ, ਉਹ ਕੇਰਲਾ ਵਾਲੇ ਫਰੰਟ ਤਿਆਰ ਕਰਨਾ ਉਹਨਾਂ ਨੇ। ਹਾਂ, ਉਹ ਇੱਕ ਲੱਗੇ ਹੋਇਆ। ਇੱਧਰ ਯਾਤਰਾ ਲੱਗੀ ਹੋਈ ਹੈ ਆਪਣੇ ਨੌਜਵਾਨ ਦੀ, ਰਾਹੁਲ ਗਾਂਧੀ ਦੀ। ਇਹ ਵੀ ਆਪਣਿਆਂ ਨੂੰ ਇਹਨਾਂ ਨੇ ਵੀ ਬੁਲਾਇਆ ਵੀ ਤੁਸੀਂ ਆਓ ਭਈ, ਕਸ਼ਮੀਰ ਜਿੱਥੇ ਧਾਰਾ 370 ਹਟਾਈ ਹੈ, ਅਸੀਂ ਉੱਥੇ ਰੌਣਕ ਮੇਲਾ ਲਾਈਏ। ਉਹ ਉੱਥੇ ਸਾਰਿਆਂ ਨੂੰ ਬੁਲਾਇਆ। ਇਹ ਇਸ ਤਰੀਕੇ ਨਾਲ ਜਿਹੜੀਆਂ ਚੀਜ਼ਾਂ ਉਹ ਇਹ ਜੁੜੀਆਂ ਵੀ ਹੁੰਦੀਆਂ ਤੇ ਇੱਕ ਦੂਜੇ ਨੂੰ ਕੁੱਟ ਕਟਾਪਾ ਵੀ, ਇੱਕ ਦੂਜੇ ਦੇ ਵਿਰੁੱਧ ਵੀ ਹੁੰਦੀਆਂ। ਹੁਣ ਇਹ ਮਮਤਾ ਬੈਨਰਜੀ ਵੀ ਲੱਗੇ ਹੋਏ ਨੇ। ਬਿਲਕੁਲ, ਜਿਹੜਾ ਗੋਟੀਆਂ ਇਸ ਸਾਰੀ ਚੈਸ ਦੇ ਵਿੱਚ ਸਹੀ ਢੰਗ ਤੇ ਸਹੀ ਸਮੇਂ ਤੇ ਬਿਠਾ ਲੈਂਦਾ, ਉਹ ਵਿਨਰ ਹੋ ਜਾਂਦਾ। ਕਿਉਂਕਿ ਬਹੁਤ ਸਾਰੀਆਂ ਫੋਰਸਿਸ ਕ੍ਰਿਸ ਕ੍ਰਾਸ ਕਰਦੀਆਂ। ਸਵਾਲ ਇਹ ਹੈ ਕਿ ਵਿਰੋਧੀ ਪਾਰਟੀਆਂ ਕੀ ਇਹ ਆਪਣੇ ਸਾਰੇ ਫਰਕ ਜਾਂ ਉਹ ਕਿਸੇ ਵੱਡੇ ਕਾਜ਼ ਲਈ, ਵੱਡੇ ਮਕਸਦ ਲਈ ਭੁਲਾ ਕੇ ਇੱਕ ਪਾਸੇ ਰੱਖ ਕੇ ਇੱਕ ਸੁਰ ਹੁੰਦੀਆਂ ਤਾਂ ਕਿ ਵਿਰੋਧੀ ਪਾਰਟੀਆਂ ਦੀਆਂ ਵੋਟਾਂ ਡਿਵਾਈਡ ਨਾ ਹੋਣ। ਰੂਲਿੰਗ ਪਾਰਟੀ ਦਾ ਇਹ ਹੋਊਗਾ ਕਿ ਧੜੇ 3-4 ਬਣ ਜਾਣ, ਉਹ ਇੱਕ ਦੂਜੇ ਦੀਆਂ ਵੋਟਾਂ ਕੱਟ ਕੇ ਤੇ ਭਾਵੇਂ ਇਹਨਾਂ ਨੂੰ 30% ਵੋਟਾਂ ਮਿਲ ਜਾਣ ਤੇ ਇਹਨਾਂ ਦਾ ਸੱਤਾ ਤੇ ਕਬਜ਼ਾ ਹੋ ਜੇ। ਉਹ ਇਹ ਚਾਹੁਣਗੇ ਰੂਲਿੰਗ ਵਾਲੇ। ਹੁਣ ਇਹ ਸਿਆਣਪ ਇਹ ਦੇਖਣੀ ਹੋਊਗੀ ਕਿ ਇਹ ਆਪਣੇ ਨਿੱਜੀ ਮਫਾਦਾਂ ਨੂੰ ਇੱਕ ਪਾਸੇ ਰੱਖ ਕੇ ਜਿਹੜੇ ਦੇਸ਼ ਦੇ ਮਫਾਦ, ਦੇਸ਼ ਦੀ ਜਨਤਾ ਦੇ ਮਫਾਦ ਆ, ਇਹ ਪਾਰਟੀਆਂ ਅੱਗੇ ਆਉਂਦੀਆਂ ਕਿ ਨਹੀਂ ਆਉਂਦੀਆਂ। ਇਹ ਦੂਜਾ ਰਸਤਾ ਹੈਗਾ। ਤੀਜੀ ਜਿਹੜੀ ਉਮੀਦ, ਅਲਟੀਮੇਟ ਉਮੀਦ, ਜਿਹੜੀ ਸਸਟੇਨੇਬਲ ਉਮੀਦ ਹੈਗੀ, ਉਹ ਮੈਂ ਜਨਤਾ ਜਨਾਰਦਨ ਤੋਂ, ਜਿਹੜਾ ਕਿ ਲੰਬਾ ਟਾਈਮ ਲੱਗੂਗਾ। ਕੁਛ ਤੇ ਮਾਰ ਖਾ ਕੇ ਬਾਗੀ ਸੁਰਾਂ 'ਚ ਹੋ ਜਾਂਦੇ ਆ, ਕੁਛ ਭੁੱਖਮਰੀ ਚੋਂ। ਜ਼ਰੂਰੀ ਨਹੀਂ ਜਿਹੜੇ ਭੁੱਖਮਰ, ਜਿਹੜੇ ਗਰੀਬ ਹੁੰਦੇ ਆ ਭੁੱਖਮਰੇ, ਉਹ
ਰਿਵੋਲਟ ਕਰਨਾ, ਉਹ ਤਾਂ ਸਗੋਂ ਮਰਨਾ ਕਈ ਵਾਰੀ ਪਸੰਦ ਕਰਦੇ। ਇਹ ਇਸ ਤਰ੍ਹਾਂ ਜ਼ਰੂਰੀ ਨਹੀਂ ਹੈ। ਰਾਜਨੀਤਿਕ ਚੇਤਨਾ ਜਦ ਤੱਕ ਲੋਕਾਂ 'ਚ ਨਹੀਂ ਆਉਂਦੀ, ਉਹ ਹੌਲੀ-ਹੌਲੀ ਵੱਧ ਜ਼ਰੂਰ ਰਹੀ ਹੈ। ਮੀਡੀਆ ਜੇ ਉਹੀ ਮੀਡੀਆ ਜਿੱਥੋਂ ਆਉਣੀ ਆ, ਉਹੀ ਮੀਡੀਆ ਉਹਨਾਂ ਨੂੰ ਗਲਤ ਪ੍ਰਚਾਰ 'ਚ ਵੀ ਫਸਾ ਰਿਹਾ, ਕਦੀ ਧਰਮ ਦੇ ਨਾਂ ਤੇ, ਕਦੀ ਜਾਤ ਦੇ ਨਾਂ ਤੇ। ਇਸ ਕਰਕੇ ਬਹੁਤ ਮੁਸ਼ਕਿਲ ਤਰੀਕਾ ਹੈ ਕਿ ਅਸੀਂ ਵੋਟਰ ਨੂੰ, ਜਿਹਨੇ ਫੈਸਲਾ ਕਰਨਾ, ਜਿਹੜਾ ਇਹ ਮਤਦਾਤਾ ਜਿਹਨੂੰ ਕਹਿੰਦੇ ਆ, ਇੱਕ ਅੰਨਦਾਤਾ ਤੇ ਇੱਕ ਮਤਦਾਤਾ, ਇਹ ਜਿਹੜਾ ਮਤ ਵੋਟਰ ਦਾਤਾ ਹੈਗਾ, ਰੱਬ ਹੈਗਾ, ਉਹ ਸੱਚੀ ਮੁੱਚੀ ਆਪਣੀ ਸ਼ਕਤੀ ਪਛਾਣੇ ਤੇ ਇਸ ਗੱਲ ਲਈ ਕਾਬਿਲ ਹੋਏ ਕਿ ਚੰਗੇ ਮਾੜੇ ਦੀ ਪਛਾਣ ਕਰੇ। ਇਸ ਕਰਕੇ ਇਹ ਇੱਕ ਲੰਬਾ ਪ੍ਰੋਸੈਸ ਹੁੰਦਾ, ਪਰ ਚਿੰਤਾ ਜ਼ਰੂਰ ਆ ਕਿ ਜੇ ਇੱਕ ਵਾਰੀ ਫੇਰ ਉਸੇ ਕਿਸਮ ਦੀਆਂ ਸ਼ਕਤੀਆਂ ਸੱਤਾ ਦੇ ਵਿੱਚ ਆ ਜਾਂਦੀਆਂ ਜਿਵੇਂ ਪਹਿਲਾਂ 2 ਟਰਮ ਦੇ ਵਿੱਚ ਹੈਗੀਆਂ, ਤੇ ਉਹ ਲੱਗਦਾ ਬੜਾ ਹੈਗਾ ਕਿ ਹੋਰ ਦੇਸ਼ ਦੇ ਅੰਦਰ ਵੱਡੀ ਕਿਸਮ ਦੇ ਸੰਕਟ, ਉਹ ਧਾਰਮਿਕ ਵੀ ਹੋਣਗੇ, ਮੈਜੋਰਟੀ ਮਿਨੋਰਟੀ ਦਾ ਵੀ ਹੋਊਗਾ, ਆਰਥਿਕ ਵੀ ਹੋਣਗੇ, ਤੇ ਦੇਸ਼ ਨੂੰ ਇਕੱਠੇ ਰੱਖਣ ਦੇ ਵੀ ਚੁਣੌਤੀਆਂ ਹੋਣਗੀਆਂ। ਜਿਹੜੀ ਭਾਰਤ ਜੋੜੋ ਯਾਤਰਾ ਦੀ ਗੱਲ ਹੁਣ ਰਾਹੁਲ ਜੀ ਲੈ ਕੇ ਚੱਲੇ ਹੋਏ ਆ, ਉਹ ਸ਼ਾਇਦ ਇਹੀ ਪ੍ਰਿਡਿਕਟ ਕਰ ਰਿਹਾ ਕਿ ਇਹੋ ਜਿਹਾ ਕੁਝ ਆਉਣ ਵਾਲੇ ਸਮੇਂ 'ਚ ਹੋ ਸਕਦਾ। ਹੁਣ ਕਿਹੜਾ ਇਹਦੇ 'ਚ ਜਿੱਤਦਾ, ਕੌਣ ਹਾਰਦਾ, ਆਪਾਂ ਥੋੜੀ ਦੇਰ ਵੇਟ ਕਰ ਲੈਂਦੇ ਹਾਂ। ਬਾਕੀ ਉਦੋਂ ਪਹਿਲਾਂ ਅੱਜ ਨਾਰਥ ਈਸਟ ਦੀਆਂ 3 ਸੂਬਿਆਂ ਦੀਆਂ ਚੋਣਾਂ ਐਲਾਨ ਹੋ ਗਈਆਂ ਆ, ਇੱਕ ਅੱਧਾ ਕੋਈ ਹੋਰ ਵੀ ਹੈਗਾ, ਪਰ 3 ਤੇ ਮੁੱਖ ਚੋਣਾਂ ਜਿਹੜੀਆਂ ਹੋ ਗਈਆਂ, ਮੇਘਾਲਿਆ ਦੀਆਂ ਹੋ ਗਈਆਂ, ਮੇਰਾ ਖਿਆਲ ਤ੍ਰਿਪੁਰਾ ਦੀ ਹੋ ਗਈ, ਇੱਕ ਹੋਰ ਉਧਰ ਦੇ ਹੋ ਗਈ, ਤੇ ਇਹਦੋਂ ਅੱਗੇ ਫਿਰ ਇਹ 3 ਕਰਕੇ ਹੋਰ ਜਾਂ ਇਕੱਠੀਆਂ ਵੀ ਹੋ ਸਕਦੀਆਂ। ਇਹਨਾਂ ਨੇ ਰਾਹ ਪੱਧਰਾ ਕਰ ਦੇਣਾ ਹੈ ਜਸ ਖੰਨਾ ਜੀ ਕਿ 24 ਦੇ ਵਿੱਚ ਕਿੱਧਰ ਨੂੰ ਊਠ ਕਿਸ ਕਰਵਟ ਬੈਠਦਾ ਜਾਂ ਹਵਾ ਕਿੱਧਰ ਨੂੰ ਚੱਲਦੀ ਹੈ। ਜੀ ਮਨਜੀਤ ਜੀ, ਬਹੁਤ-ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ ਕਿ ਤੁਸੀਂ ਇਸ ਸਬਜੈਕਟ ਦੇ ਉੱਤੇ ਸਾਡੇ ਨਾਲ ਗੱਲਬਾਤ ਕੀਤੀ ਹੈ। ਥੈਂਕ ਯੂ ਸੋ ਮਚ ਸਰ। ਬਹੁਤ-ਬਹੁਤ ਧੰਨਵਾਦ ਜਸ ਖੰਨਾ। ਤੇ ਅਸੀਂ ਆਪਣੇ ਦਰਸ਼ਕਾਂ ਨੂੰ ਗੁਜ਼ਾਰਿਸ਼ ਕਰਾਂਗੇ ਕਿ ਤੁਸੀਂ ਸਾਡਾ ਚੈਨਲ ਪੰਜਾਬ ਮੇਲ USA TV ਸਬਸਕ੍ਰਾਈਬ ਕਰੋ ਤੇ ਆਪਣੇ ਬਣਦੇ ਵਿਚਾਰ ਇਸ ਸਬਜੈਕਟ ਦੇ ਉੱਤੇ ਜ਼ਰੂਰ ਸਾਨੂੰ ਇਨਬਾਕਸ ਕਰੋ। ਸਤਿ ਸ਼੍ਰੀ ਅਕਾਲ।